अमरदास गुर हृदय श्री गुरु रामदास गुण गावो, श्री गुरु रामदास गुण गावो। गुरु अर्जन विघ्नन के नाशक, विघ्नन के नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए मनाए बहोरी। तेग बहादुर परम कृपाला जी, परम कृपाला। गुरु गोबिंद सिंह विशाला, गुरु गोबिंद सिंह तरों तरापुर पुन पुन सीसा जी, पुन पुन सीसा। बंदो बार बार जगदीसा, बंदो बार बार जगदीसा। श्री गुरु ग्रंथ ਸਾਹਿਬ महाराज जी ਦੀ पावन पवित्र हजूरी अंदर सुभाएमान सत संगी जनों, आप जी संध्या वेले दी दीवाना अंदर पावन सत संगत अंदर जुड़ बैठे हो। महाराज सुखमणी साहब च कहते ने, कोट अपराध साध संग मिटै, संत किरपा ते जम ते छुटै। जाकै मस्तक करम प्रभ पाए, साध शरण नानक ते आए। ये पंक्ति बड़ी सोचण ते समझण वास्ते है। ਜਿਹਦੇ मस्तक दे विच करम परमात्मा ने बख्शिश पाई है, सत संगत विच वो आ सकता है। क्योंकि जिमें जिमें मनुख दे कर्म वधदे ने, उवें उवें मनुख की जिहड़ी मत है वो बदलती है। संस्कार अंदर तो बदलते ने, फिर जदों अंदरों संस्कार बदल जाते ने, वो संस्कार मनुख दे अंदर खिच पाउंदे ने। वो संस्कार मनुख दे अंदर एक खिच पैदा करते ने, एक आकर्षण पैदा करते ने सत संगत दे प्रति। जिमें जिमें मनुख के संस्कार बदली जाते हैं, मनुख सत की संगत करनी आरंभ कर दिंदा। जाकै मस्तक करम प्रभ पाए, परमात्मा वाहिगुरु ने ਜਿਹਦੇ मस्तक दे विच ऐसे लेखां की किरपा कर दी है। कोई ऐसे पुराने कर्म ਜਿਹਦੇ प्रगट होए ने, उन्हां कर्मां दे नाल हौली हौली मनुख की जिहड़ी मत वो निर्मल होनी शुरू हो जाती है। जिमें जिमें मत निर्मल होंदी है, मनुख के अंदर संकल्प चंगे आने शुरू हो जाते। चंगे संकल्प चंगे विचार उस दे अंदर आउंदे ने। क्यों? बुद्धि निर्मल हो जाती है। जिमें जिमें संस्कार ठीक हो जाते हैं, क्योंकि जैसे संस्कार ने ओहो जे मनुख के अंदर रोज रोज विचार आउणगे। इस करके कहा गया है, करोड़ा अपराध सत संगत दे विच आके मिट जाते। इस करके मनुख नूं सत संगत अवश्य करनी चाहिए है। सच दी विचार, सच दी संगत। जिमें असीं बाहरी तौर ते
ਸਰੀਰ ਨੂੰ ਖੁਰਾਕ ਦਿੰਦੇ ਆ। ਜੇ ਕਿਤੇ ਇੱਕ ਦਿਨ 2 ਦਿਨ ਸਰੀਰ ਨੂੰ ਖੁਰਾਕ ਨਾ ਦਿੱਤੀ ਜਾਏ, ਸਰੀਰ ਖਤਮ ਹੋਣਾ ਸ਼ੁਰੂ ਹੋ ਜਾਂਦਾ। ਐਵੇਂ ਮਨ ਦੀ ਖੁਰਾਕ ਹੈ ਸਤ ਸੰਗਤ। ਜਦੋਂ ਮਨ ਨੂੰ ਇਸ ਦੀ ਖੁਰਾਕ ਸੱਚ ਨਹੀਂ ਮਿਲੇਗਾ, ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਆਪਣੀ ਅੰਸ਼ ਦੇ ਨਾਲ ਮਿਲਣਾ ਚਾਹੁੰਦਾ ਹੈ। ਇਹ ਜੀਵ ਆਤਮਾ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਚਾਹੁੰਦੀ ਹੈ, ਔਰ ਇਸ ਦੀ ਪਿਆਸ ਉਸੇ ਦਿਨ ਬੁੱਝ ਸਕਦੀ ਹੈ ਜਿਸ ਦਿਨ ਇਹ ਸੱਚ ਨੂੰ ਦ੍ਰਿੜ ਕਰ ਲਏਗੀ। ਸੱਚ ਜਿਵੇਂ ਜਿਵੇਂ ਅੰਦਰ ਦ੍ਰਿੜ ਹੋ ਜਾਏਗਾ, ਉਵੇਂ ਉਵੇਂ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ। ਔਰ ਮਹਾਰਾਜ ਕਹਿੰਦੇ ਨੇ, ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਇਹ ਜੋ ਮਨੁੱਖ ਦਾ ਅੰਦਰ ਵਕਾਰਾਂ ਦੇ ਵਿੱਚ ਸੜਿਆ ਹੋਇਆ ਹੈ, ਵਕਾਰਾਂ ਦੇ ਵਿੱਚ ਖਤਮ ਹੈ, ਇਹ ਜਿਉ ਪੈਂਦਾ ਹੈ। ਇੱਕ ਵਾਰੀ ਇੱਕ ਸੰਤ ਦੇ ਕੋਲ ਇੱਕ ਰਾਜਾ ਤੁਰ ਕੇ ਆਇਆ। ਕਹਿੰਦਾ ਰਾਜਾ ਕਹਿੰਦਾ, ਸੰਤ ਜੀ ਕੋਈ ਕਮਾਈ ਵਾਲੀ ਰੂਹ ਸੀ, ਕਹਿੰਦੀ ਮੇਰਾ ਹਿਰਦਾ ਸ਼ਾਂਤ ਨਹੀਂ ਰਹਿੰਦਾ, ਹਿਰਦਾ ਸ਼ਾਂਤ ਨਹੀਂ ਰਹਿੰਦਾ, ਮਨ ਸ਼ਾਂਤ ਨਹੀਂ ਰਹਿੰਦਾ, ਪਦਾਰਥ ਮੇਰੇ ਕੋਲ ਬੜੇ ਨੇ, ਖਾਣ ਪੀਣ ਨੂੰ ਰੋਟੀ ਬੜੀ ਹੈ, ਸ਼ਾਂਤੀ ਨਹੀਂ ਹੈ, ਕਿਵੇਂ ਮਿਲੇਗੀ ਸ਼ਾਂਤੀ? ਉਹ ਕਹਿੰਦਾ ਰਾਜਾ, ਜਿਹੜੇ ਦਰਖਤ ਸੜੇ ਹੋਣ, ਸੜਿਆਂ ਹੋਇਆਂ ਦਰਖਤਾਂ ਤੇ ਕਦੀ ਪੰਛੀ ਨਹੀਂ ਬਹਿੰਦੇ ਹੁੰਦੇ। ਇਸ ਕਰਕੇ ਯਾਦ ਰੱਖੀ, ਜਿਹੜੇ ਮਨੁੱਖ ਵਾਸ਼ਨਾ ਤ੍ਰਿਸ਼ਨਾ ਦੀ ਅੱਗਾਂ ਦੇ ਵਿੱਚ ਸੜੇ ਹੋਏ ਨੇ, ਸਤ ਸੰਤੋਖ ਨਿਮਰਤਾ ਦਇਆ ਦੇ ਪੰਛੀ ਉੱਥੇ ਨਹੀਂ ਬਹਿੰਦੇ। ਤੇ ਇਸ ਕਰਕੇ ਯਾਦ ਰੱਖ, ਆਪਣੇ ਦਰਖਤ ਨੂੰ ਸੜਨ ਤੋਂ ਬਚਾ, ਇਹ ਜੀਵ ਆਤਮਾ ਨੂੰ ਬਚਾ ਔਗਣਾ ਤੇ ਇਕੱਠੇ ਕਰਨ ਤੋਂ, ਕਿਉਂਕਿ ਹਰ ਬਿਸਰਤ ਤੇਰੇ ਗੁਣ ਗਲਿਆ। ਜਿਵੇਂ ਜਿਵੇਂ ਤੂੰ ਪਰਮਾਤਮਾ ਨੂੰ ਵਿਸਾਰਦਾ ਪਿਆ ਹੈ, ਰੋਜ਼ ਰੋਜ਼ ਅਸ਼ਾਂਤੀ ਅੰਦਰ ਪੈਦਾ ਹੁੰਦੀ ਜਾਂਦੀ ਹੈ। ਇਸ ਕਰਕੇ ਇਹਨੂੰ ਸੜਨ ਤੋਂ ਬਚਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਿਹ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰਲਾਏ। ਕੈਸੀ ਪੀੜਾ ਹੈ ਪਰਮਾਤਮਾ ਤੋਂ ਵਿਛੜਨ ਦੀ, ਕੈਸੀ ਉਹ ਅਸ਼ਾਂਤੀ ਹੈ। ਕਹਿੰਦੇ ਜਿਵੇਂ ਕੋਹੜੀ ਦਾ ਰੋਗੀ ਹੁੰਦਾ ਹੈ, ਉਸ ਨੂੰ ਅੰਦਰ ਚੀਸਾਂ ਪੈਂਦੀਆਂ ਨੇ, ਕੱਪੜੇ ਉਹਦੇ ਨਾਲ ਚਿਪਕਦੇ ਨੇ, ਰਾਤ ਨੂੰ ਉਹਨੂੰ ਨੀਂਦਰ ਨਹੀਂ ਆਉਂਦੀ। ਐਵੇਂ ਉਹ ਮਨੁੱਖ ਹੁੰਦੇ ਨੇ ਜਿਹੜੇ ਆਪਣੇ ਅਸਲੇ ਪਰਮੇਸ਼ਰ ਵਾਹਿਗੁਰੂ ਤੋਂ ਟੁੱਟੇ ਨੇ, ਨੀਂਦਰ ਉਹ ਨਹੀਂ ਸੋ ਸਕਦੇ। ਬਾਰ-ਬਾਰ ਕੋਈ ਨਾ ਕੋਈ ਵਾਸ਼ਨਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ। ਔਰ ਸਾਧ ਸੰਗਤ, ਇਹ ਜਿਹੜੀ ਵਾਸ਼ਨਾ ਹੁੰਦੀ ਹੈ, ਇਹ ਬਹੁਤ ਹੀ ਸੂਖਸ਼ਮ ਹੁੰਦੀ ਹੈ, ਮਨ ਦੀ ਪਕੜ ਵਿੱਚ ਨਹੀਂ ਆਉਂਦੀ। ਇਸੇ ਕਰਕੇ ਮਨ ਕਈ ਵਾਰੀ ਕਹਿ ਦਿੰਦਾ ਥੋੜਾ ਜਿਹਾ ਬੰਦਗੀ ਕਰੇਗਾ, ਥੋੜਾ ਜਿਹਾ ਠੀਕ ਹੋਏਗਾ, ਔਰ ਇਹ ਕਹਿ ਦਿੰਦਾ ਹੈ ਮੇਰੇ ਅੰਦਰ ਹੁਣ ਕੋਈ ਵਿਕਾਰ ਨਹੀਂ ਰਿਹਾ, ਮੈਂ ਠੀਕ ਹੋ ਗਿਆ। ਇਹ ਇਹਦੀ ਸਭ ਤੋਂ ਵੱਡੀ ਅਗਿਆਨਤਾ ਹੈ। ਇਸ ਕਰਕੇ ਕਦੀ ਵੀ ਆਪਣੇ ਮਨ ਦੀ ਸਹਿਤੀ ਨਹੀਂ ਲੈਣੀ ਚਾਹੀਦੀ, ਆਪਣੇ ਮਨ ਦੀ ਸਹਾਇਤਾ ਨਹੀਂ ਕਰਨੀ ਚਾਹੀਦੀ। ਮਨ ਜਦੋਂ ਇਹ ਕਹਿੰਦਾ ਤੂੰ ਠੀਕ ਹੋ ਗਿਆ, ਮਨ ਨੂੰ ਕਹਿਣਾ ਚਾਹੀਦਾ ਤੂੰ ਠੀਕ ਨਹੀਂ ਹੈ, ਹਜੇ ਮੇਰੀ ਪਕੜ ਵਿੱਚ ਨਹੀਂ ਆ ਰਿਹਾ, ਵਿਕਾਰ ਤੇਰੇ ਅੰਦਰ ਬੜੇ ਨੇ, ਮੇਰੀ ਪਕੜ 'ਚ ਨਹੀਂ ਆ ਰਹੇ। ਇਸ ਕਰਕੇ ਮਨ ਹੌਲੀ ਹੌਲੀ ਸਤ ਸੰਗਤ ਵਿੱਚ ਆ ਕੇ ਸ਼ਾਂਤ ਹੁੰਦਾ ਹੈ। ਮਨੁੱਖ ਦੇ ਕਰਮ ਵੱਧਦੇ ਨੇ, ਸੰਸਕਾਰ ਠੀਕ ਹੁੰਦੇ ਨੇ, ਜਿਨ੍ਹਾਂ ਤੋਂ ਮਨੁੱਖ ਨੂੰ ਇਸ ਲੋਕ ਦੇ ਸੁੱਖ ਵੀ ਤੇ ਪਰਲੋਕ ਦੇ ਸੁੱਖ ਵੀ ਮਿਲਦੇ ਨੇ। ਜਿਹੜੀ ਇੱਥੇ ਮਾਇਆ ਮਿਲਦੀ ਹੈ, ਜਿਹਨੇ ਵੀ ਸੁੱਖ ਮਿਲੇ ਨੇ ਸਰੀਰਿਕ ਤੌਰ ਤੇ, ਜਿਹਨੂੰ ਵੀ ਜੋ ਸਿੱਖ ਮਿਲਿਆ ਹੈ, ਉਹ ਉਹਦੇ ਕਰਮਾਂ ਦਾ ਹੈ। ਅਸਲ ਦੇ ਵਿੱਚ ਮੈਂ ਬੜੀ ਵਾਰੀ ਕਿਹਾ ਸਾਧ ਸੰਗਤ, ਮਨੁੱਖ ਦੀਆਂ ਜ਼ਰੂਰਤਾਂ ਬੜੀਆਂ ਸੀਮਤ ਨੇ, ਪਰ ਇਹਦੀਆਂ ਇੱਛਾਵਾਂ ਅਸੀਮਤ ਨੇ। ਇੱਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ, ਨਾ ਕਿਸੇ ਦੀ ਹੋਈਆਂ ਨੇ। ਜ਼ਰੂਰਤਾਂ ਸੀਮਤ ਨੇ, ਔਰ ਪਰਮਾਤਮਾ ਸਾਰਿਆਂ ਦੀ ਪੂਰੀਆਂ ਕਰਦਾ ਹੈ। ਹਰੇਕ ਮਨੁੱਖ ਨੂੰ ਪਰਮਾਤਮਾ ਨੇ ਖਾਣ ਲਈ ਰੋਟੀ ਦਿੱਤੀ ਹੋਈ ਹੈ, ਪਾਉਣ ਲਈ ਕੱਪੜੇ ਦਿੱਤੇ ਨੇ, ਕਿਤੇ ਨਾ ਕਿਤੇ ਸੌਣ ਬਹਿਣ ਲਈ ਛੱਤ ਵੀ ਦਿੱਤੀ ਹੋਈ ਹੈ। ਭਾਵੇਂ ਉਹ ਕੈਸੀ ਛੱਤ ਹੈ, ਭਾਵੇਂ ਮਿੱਟੀ ਦੀ ਹੈ, ਭਾਵੇਂ ਸੀਮਿੰਟ ਦੀ ਹੈ, ਭਾਵੇਂ ਲੱਕੜ ਦੀ ਹੈ, ਭਾਵੇਂ ਤਰਪਾਲਾਂ 'ਚ ਸੋ ਰਿਹਾ, ਦਿੱਤੀ ਸਭ ਨੂੰ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ,
ਕਰੋੜਾਂ ਅਪਰਾਧ ਸਤ ਸੰਗਤ ਵਿੱਚ ਆ ਕੇ ਮਿਟ ਜਾਂਦੇ ਨੇ। ਮਨੁੱਖ ਸੰਤੋਖੀ ਹੁੰਦਾ ਹੈ, ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਆਓ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਕਥਾ ਚੱਲ ਰਹੀ ਹੈ, ਜਿੱਥੇ ਕੱਲ ਅਸੀਂ ਕਰਮਾਂ ਦੀ ਗਤੀ ਬਾਰੇ ਜਾਣਿਆ ਸੀ। ਕਿਵੇਂ ਕਿਵੇਂ ਪਿਛਲੇ ਜਨਮ ਦੇ ਜਿਹੜੇ ਕਰਮ ਨੇ, ਪਿਛਲੇ ਜਨਮਾਂ 'ਚ ਕਮਾਏ ਹੋਏ ਕਰਮ ਕਿਵੇਂ ਮਨੁੱਖ ਨੂੰ ਪ੍ਰਭਾਵਿਤ ਕਰਦੇ ਨੇ। ਔਰ ਅੱਜ ਤੋਂ ਪਹਿਲਾਂ, ਅੱਜ ਅਸੀਂ ਇੱਥੇ ਬੈਠੇ ਹਾਂ, ਕੱਲ ਜੋ ਕੁਝ ਕਮਾਇਆ ਹੈ ਉਹ ਅੱਜ ਨੂੰ ਪ੍ਰਭਾਵਿਤ ਕਰੇਗਾ। ਜੋ ਅੱਜ ਕਮਾਵਾਂਗੇ ਇਹ ਕੱਲ ਨੂੰ ਪ੍ਰਭਾਵਿਤ ਕਰੇਗਾ, ਕਿਉਂਕਿ ਸਾਧ ਸੰਗਤ ਦਿਨ ਤੇ ਰਾਤ ਸਰੀਰ ਦੇ ਤਲ ਤੇ ਨੇ, ਮਨ ਦੇ ਤਲ ਤੇ ਨਾ ਕਲਯੁਗ ਹੈ ਨਾ ਦਿਨ ਰਾਤ ਹੈ। ਦਿਨ ਤੇ ਰਾਤ ਸਰੀਰ ਦੇ ਤਲ ਤੇ ਨੇ। ਸਰੀਰ ਸੌਂਦਾ ਹੈ, ਸਰੀਰ ਉੱਠਦਾ ਹੈ, ਮਨ ਨਾ ਸੌਂਦਾ ਹੈ ਨਾ ਉੱਠਦਾ ਹੈ। ਇਹ ਤੇ ਬੜੇ ਸਮੇਂ ਤੋਂ ਸੁੱਤਾ ਹੋਇਆ, ਬੜੇ ਟਾਈਮ ਤੋਂ। ਇਹਨੂੰ ਤੇ ਜਗਾਉਣਾ ਹੈ, ਔਰ ਸਤ ਸੰਗਤ ਇਹਨੂੰ ਜਗਾਉਣ ਦਾ ਹੀ ਪ੍ਰਯੋਜਨ ਹੈ। ਕਿਤੇ ਇਹ ਮਨ ਜਾਗੇ, ਆਪਣੇ ਅਸਲੇ ਨੂੰ ਸਮਝਣ ਵਾਸਤੇ ਤੁਰ ਪਏ। ਇਸੇ ਵਾਸਤੇ ਮਨੁੱਖ ਸੰਗਤ ਵਿੱਚ ਆਉਂਦਾ ਹੈ। ਆਓ ਕਰਮਾਂ ਦੀ ਗਤੀ ਨੂੰ ਅਸੀਂ ਕੱਲ ਜਾਣੇ ਹੈ। ਅੱਗੇ ਜਿਵੇਂ ਕਥਾ ਚੱਲਦੀ, ਮਹਾਰਾਜ ਕਿਵੇਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਉਹਨੂੰ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਪਾਵਨ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਹਾਂ ਝੂਠ ਹੈ ਸਾਚ ਸਮਾਨ, ਪਰ ਹਿਤ ਹੋਤੇ ਕਰ ਹੈ ਬਖਾਨ। ਕਹਿੰਦੇ ਜਿਹੜੇ ਜਿਸ ਥਾਂ ਤੇ ਕਿਸੇ ਚੰਗੇ ਮਨੁੱਖ ਦੀ ਬਲੀ ਦਿੱਤੀ ਜਾ ਰਹੀ ਹੋਏ, ਚੰਗੇ ਮਨੁੱਖ ਨੂੰ ਮਾਰਿਆ ਜਾ ਰਿਹਾ ਹੋਏ, ਜੇ ਮਨੁੱਖ ਨੂੰ ਉੱਤੇ ਝੂਠ ਵੀ ਬੋਲਣਾ ਪਏ ਉਹਨੂੰ ਬਚਾਉਣ ਲਈ, ਉਹ ਵੀ ਸੱਚ ਵਰਗਾ ਹੈ, ਉਹ ਵੀ ਸੱਚ ਹੈ। ਉਸ ਦੇ ਨਾਲ ਕਿਸੇ ਚੰਗੇ ਮਨੁੱਖ ਦੀ ਜ਼ਿੰਦਗੀ ਬਚ ਜਾਂਦੀ ਹੈ। ਗੁਰ ਤੇ ਬਚਨ ਤੀਰ ਤੇ ਸੁਨੇ, ਕਰੇ ਕਮਾਵਨ ਤਿਮ ਮਨ ਮੰਨੇ। ਭਾਈ ਤੀਰਥੇ ਨੇ ਗੁਰੂ ਸਾਹਿਬ ਜੀ ਤੋਂ ਉਹ ਪਾਵਨ ਬਚਨ ਸੁਣੇ। ਕਿਵੇਂ ਮਨੁੱਖ ਸੱਚ ਦੇ ਵਿੱਚ ਜੁੜ ਕੇ, ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਕੇ ਆਪਣੇ ਪੁਰਾਣੇ ਕਰਮਾਂ ਦਾ ਨਾਸ਼ ਕਰਦਾ ਹੈ। ਕਿਵੇਂ ਉਸ ਦੇ ਪੁਰਾਣੇ ਕਰਮ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ, ਔਰ ਉਹਨਾਂ ਕਰਮਾਂ ਕਰਕੇ ਮਨੁੱਖ ਬਾਰ-ਬਾਰ ਜਨਮ ਤੇ ਮਰਨ ਦੇ ਗੇੜ ਵਿੱਚ ਪੜਿਆ ਰਹਿੰਦਾ ਹੈ। ਇਹਦੀ ਜੀਵ ਆਤਮਾ ਦੁਬਾਰਾ ਇੱਥੇ ਆਉਂਦੀ ਰਹਿੰਦੀ ਹੈ, ਜਾਂਦੀ ਰਹਿੰਦੀ ਹੈ। ਭਾਈ ਤੀਰਥੇ ਨੇ ਗੁਰੂ ਸਾਹਿਬ ਜੀ ਤੋਂ ਇਹ ਵਚਨ ਸੁਣੇ ਹਨ। ਬੋਲਤ ਸਾਚ ਪਰਮ ਗਤ ਪਾਈ, ਪਰਿਓ ਰਹਿਓ ਸਤਿਗੁਰ ਸਰਨਾਈ। ਸੱਚ ਬੋਲ ਕੇ ਭਾਈ ਤੀਰਥੇ ਨੇ ਪਰਮ ਗਤੀ ਦੀ ਪ੍ਰਾਪਤ ਕੀਤੀ ਤੇ ਹਮੇਸ਼ਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ। ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਮੰਨ ਲੈਂਦਾ ਹੈ। ਵਿਸ਼ਨ ਦਾਸ ਮਾਨਕ ਚੰਦ ਪੂਰੋ, ਤਿਨਹੂ ਆਏ ਗੁਰੂ ਹਜੂਰੋ। ਬਿਸ਼ਨ ਦਾਸ ਤੇ ਮਾਨਕ ਚੰਦ ਇਹ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਕੋਲ ਉਪਦੇਸ਼ ਲੈਣ ਲਈ ਆਏ ਹਨ। ਚਰਨ ਕਮਲ ਪਰ ਕਰਿਓ ਪ੍ਰਣਾਮ, ਬੈਠ ਕਰਿਓ ਦਰਸ਼ਨ ਅਬਿਰਾਮ। ਉਹ ਆ ਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਛੂੰਹਦੇ ਨੇ ਅਤੇ ਪ੍ਰਣਾਮ ਕਰਕੇ ਗੁਰੂ ਜੀ ਦੇ ਕੋਲ ਬੈਠਦੇ ਨੇ। ਸਾਧ ਸੰਗਤ, ਜਿਵੇਂ ਭਾਈ ਤੀਰਥੇ ਨੇ ਗੁਰੂ ਸਾਹਿਬ ਜੀ ਦੀ ਗੱਲ ਨੂੰ ਮੰਨਿਆ, ਔਰ ਬਾਣੀ ਦੇ ਵਿੱਚ ਮਹਾਰਾਜ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਨੇ। ਕਹਿੰਦੇ ਮਨੁੱਖ ਇੱਕ ਗੱਲ ਯਾਦ ਰੱਖੀ, ਚੰਗੀਆਂ ਗੱਲਾਂ ਨੂੰ ਤੂੰ ਇਕੱਠਾ ਕਰਕੇ ਯਾਦ ਕਰ ਸਕਦਾ। ਚੰਗੀਆਂ ਗੱਲਾਂ ਨੂੰ ਇਕੱਠਿਆਂ ਕਰ ਲੈਣਾ ਪੜ੍ਹ ਕੇ ਕਿਤਾਬਾਂ 'ਚੋਂ, ਇਹ ਜਾਣਕਾਰੀ ਹੈ, ਇਹ ਗਿਆਨ ਨਹੀਂ ਹੈ। ਇਹਨੂੰ ਗਿਆਨੀ ਨਹੀਂ ਕਿਹਾ ਜਾਂਦਾ। ਜਿਹਨੇ ਸਿਰਫ ਇਕੱਠਾ ਕਰਕੇ ਜਾਣਕਾਰੀ ਇਕੱਠੀ ਕੀਤੀ, ਇਹ ਜਾਣਕਾਰੀ ਹੈ ਬਾਹਰੀ ਤੌਰ ਤੇ। ਕਿਉਂਕਿ ਗਿਆਨ ਜਿਹੜਾ ਹੈ ਬਾਹਰੋਂ ਅੰਦਰ ਨਹੀਂ ਜਾਂਦਾ ਹੁੰਦਾ, ਅੰਦਰੋਂ ਬਾਹਰ ਆਉਂਦਾ ਹੈ। ਇਹ ਮੈਂ ਫਿਰ ਸਮਝਾਉਣ ਦੀ ਆਪ ਜੀ ਦੇ ਸਾਹਮਣੇ ਕੋਸ਼ਿਸ਼ ਕਰਾਂਗਾ। ਗਿਆਨ ਬਾਹਰੋਂ ਅੰਦਰ ਨਹੀਂ ਜਾਣਾ, ਅੰਦਰੋਂ ਬਾਹਰ ਆਉਣਾ ਹੈ। ਗਿਆਨ ਮਨੁੱਖ ਦੇ ਅੰਦਰ ਹੈ,
ਆਤਮਾ ਮਨੁੱਖ ਦੇ ਅੰਦਰ ਹੈ, ਅੰਦਰੋਂ ਇਹਨੂੰ ਸਮਝ ਪੈਣੀ ਹੈ, ਬਾਹਰੋਂ ਕੁਝ ਨਹੀਂ ਆਉਣਾ। ਬਾਹਰ ਜੋ ਕੁਝ ਵੀ ਅਸੀਂ ਵੇਖ ਰਹੇ ਹਾਂ ਇਹ ਜਾਣਕਾਰੀਆਂ ਨੇ, ਇਹ ਇਕੱਠੀਆਂ ਕੀਤੀਆਂ ਜਾ ਸਕਦੀਆਂ, ਔਰ ਇਹਨਾਂ ਜਾਣਕਾਰੀਆਂ ਦਾ ਕਈ ਵਾਰੀ ਮਨੁੱਖ ਨੂੰ ਹੰਕਾਰ ਵੀ ਹੋ ਜਾਂਦਾ ਵੀ ਮੈਨੂੰ ਇੰਨਾ ਕੁਝ ਪਤਾ ਹੈ। ਇਹ ਹੰਕਾਰ ਹੈ। ਇਸ ਕਰਕੇ ਜਦੋਂ ਤਾਈਂ ਗੁਰੂ ਦਾ ਵਚਨ ਮਨੁੱਖ ਮੰਨੇਗਾ ਨਹੀਂ, ਉਦੋਂ ਤਾਈਂ ਉਹਦਾ ਭਲਾ ਨਹੀਂ ਹੈ। ਭਾਵੇਂ ਵਚਨ ਸਾਰੇ ਹੀ ਯਾਦ ਨੇ, ਸਾਰੇ ਯਾਦ ਨੇ, ਉਹ ਕੋਈ ਮੈਟਰ ਨਹੀਂ ਕਰਦਾ ਵਚਨ ਕਿੰਨੇ ਯਾਦ ਨੇ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮੈਨੂੰ ਯਾਦ ਆਉਂਦੀ ਜਿਸ ਦਿਨ ਮਹਾਤਮਾ ਬੁੱਧ, ਸ਼ਾਇਦ ਮੈਂ ਕੱਲ ਵੀ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ, ਜਦੋਂ ਮਹਾਤਮਾ ਬੁੱਧ 7 ਸਾਲ ਰਹਿ ਕੇ ਜੰਗਲ ਦੇ ਵਿੱਚ ਆਪਣੇ ਮਹੱਲਾਂ ਵਿੱਚ ਆਇਆ, ਉਸ ਦੀ ਘਰ ਦੀ ਦਾ ਨਾਮ ਹੈ ਯਸ਼ੋਧਰਾ, ਤੇ ਇੱਕ ਉਹਦਾ ਲੜਕਾ ਹੈ ਰਾਹੁਲ, ਕਿਉਂਕਿ ਛੱਡ ਗਿਆ ਸੀ ਉਹਨਾਂ ਨੂੰ ਵਿੱਚ ਹੀ, ਮਹਾਤਮਾ ਬੁੱਧ ਛੱਡ ਗਏ ਸਨ। ਯਸ਼ੋਧਰਾ ਰਾਹੁਲ ਨੂੰ ਸਮਝਾਉਂਦੀ ਹੈ, ਬੇਟਾ 7 ਸਾਲਾਂ ਬਾਅਦ ਘਰ ਆ ਰਹੇ ਨੇ ਤੇਰੇ ਪਿਤਾ, ਔਰ ਉਹ ਘਰ ਕਿਸੇ ਉਵੇਂ ਨਹੀਂ ਸਿਰਫ ਇੱਧਰ ਫੇਰੀ ਪਾਉਣ ਆਏ ਨੇ, ਪ੍ਰਚਾਰ ਕਰਦੇ ਆ ਗਏ ਨੇ। ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਜਦੋਂ ਤੇਰਾ ਪਿਤਾ ਘਰ ਆਏ ਤੂੰ ਉਹਦੇ ਪੈਰਾਂ ਲੰਮਾ ਪੈ ਜਾਈਂ, ਤੇ ਪੈਰਾਂ ਵਿੱਚ ਲੰਮਾ ਪਾ ਕੇ ਇੱਕ ਹੀ ਗੱਲ ਕਹਿਣੀ ਹੈ, ਜਿਹੜੀ ਚੀਜ਼ ਤੁਸੀਂ ਪ੍ਰਾਪਤ ਕੀਤੀ ਹੈ ਇਹਦੇ ਵਾਰਸ ਮੈਨੂੰ ਬਣਾ ਦਿਓ। ਬਸ ਇਹ ਗੱਲ ਕਹਿਣੀ ਹੈ। ਜੋ ਕੁਝ ਵੀ ਤੁਹਾਨੂੰ ਮਿਲਿਆ ਹੈ ਇਹਦਾ ਵਾਰਸ ਮੈਂ ਬਣ ਜਾਵਾਂ, ਇਹ ਕਹਿਣਾ ਹੈ। ਮਹਾਤਮਾ ਬੁੱਧ ਆਏ, ਰਾਹੁਲ ਨੇ ਉਵੇਂ ਕੀਤਾ। ਰਾਹੁਲ ਨੇ ਪੈਰ ਫੜ ਲਏ, ਬਾਰ-ਬਾਰ ਮਹਾਤਮਾ ਬੁੱਧ ਨੂੰ ਕਹਿੰਦਾ। ਮਹਾਤਮਾ ਬੁੱਧ ਕਹਿੰਦੇ, ਖੜਾ ਹੋ ਬੇਟਾ, ਜਿਹੜੀ ਤੂੰ ਗੱਲ ਕਹਿ ਰਿਹਾ ਹੈ, ਆਪਣੀ ਜੋ ਕੁਝ ਮੈਂ ਕਮਾਇਆ ਉਹਦਾ ਮਾਲਕ ਮੈਨੂੰ ਬਣਾ ਦਿਓ। ਕਹਿੰਦੇ, ਬੇਟਾ ਜੋ ਰਾਜ ਮੈਂ ਛੱਡ ਕੇ ਗਿਆ ਉਸ ਰਾਜ ਦਾ ਮਾਲਕ ਤੇ ਤੂੰ ਬਣ ਸਕਦਾ ਹੈ। ਜਿਹੜਾ ਗਿਆਨ ਮੇਰੇ ਕੋਲ ਹੈ ਉਹ ਗਿਆਨ ਦਾ ਵਾਰਸ ਐਵੇਂ ਨਹੀਂ ਬਣਿਆ ਜਾਂਦਾ। ਉਹ ਤੇ ਮੈਨੂੰ ਤੈਨੂੰ ਦਿਖਿਆ ਦੇਵਾਂਗਾ, ਤੈਨੂੰ ਸਿੱਖਿਆ ਦੇਵਾਂਗਾ, ਉਹ ਸਿੱਖਿਆ ਕਮਾਣੀ ਪਏਗੀ। ਜੇ ਸਿੱਖਿਆ ਕਮਾ ਲਵੇਂਗਾ ਤੂੰ ਮੇਰੇ ਰਾਜ ਦਾ ਜੋ ਕੁਝ ਮੈਂ ਕਮਾਇਆ ਮੇਰਾ ਵਾਰਸ ਆਪਣੇ ਆਪ ਹੀ ਬਣ ਜਾਏਗਾ, ਕਹਿਣ ਦੀ ਲੋੜ ਨਹੀਂ ਹੈ। ਇਹ ਗੱਲ ਕਮਾਉਣ ਦੀਆਂ ਨੇ ਸਾਧ ਸੰਗਤ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਸਾਰੇ ਪਿੰਡ ਵਾਲਿਆਂ ਨੂੰ, ਪੰਚਾਇਤ ਨੂੰ ਇਕੱਠੇ ਕੀਤਾ, ਔਰ ਕਹਿੰਦੇ ਨੇ ਇਹ ਗੱਦੀ ਤੇ ਹੱਕ ਮੇਰਾ ਹੈ, ਮੈਂ ਵੱਡਾ ਪੁੱਤਰ ਹਾਂ, ਔਰ ਇਹ ਜਿਹੜੀ ਗੱਦੀ ਹੈ ਇਹ ਭਾਈ ਲਹਿਣੇ ਨੂੰ ਕਿਉਂ ਦਿੱਤੀ? ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ, ਬੇਟਾ ਸ਼੍ਰੀ ਚੰਦ ਯਾਦ ਰੱਖ, ਤੂੰ ਮੇਰੀ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਮਾਲਕ ਤੇ ਬਣ ਸਕਦਾ ਹੈ, ਮੇਰੀ ਗੱਦੀ ਦਾ ਮਾਲਕ ਤੂੰ ਨਹੀਂ ਬਣ ਸਕਦਾ। ਉਹਦਾ ਮਾਲਕ ਤੇ ਉਹੀ ਬਣੇਗਾ ਜਿਹਨੇ ਗੁਰੂ ਨਾਨਕ ਨੂੰ ਸੁਣਿਆ ਤੇ ਕਮਾਇਆ ਹੈ। ਕਮਾਉਣ ਵਾਲੇ ਵਾਰਸ ਬਣਦੇ ਨੇ, ਕਮਾਉਣ ਵਾਲੇ ਮਾਲਕ ਬਣਦੇ ਨੇ। ਪਿਤਾ ਦੀ ਪ੍ਰੋਪਰਟੀ ਡਾਇਰੈਕਟ ਪੁੱਤਰ ਦੇ ਹੱਕ ਵਿੱਚ ਚਲੀ ਜਾਂਦੀ ਹੈ, ਪਰ ਪਿਤਾ ਦਾ ਗਿਆਨ ਪੁੱਤਰ ਦੇ ਹੱਥ ਵਿੱਚ ਸਿੱਧਾ ਨਹੀਂ ਜਾਂਦਾ, ਕਮਾਉਣਾ ਪੈਂਦਾ ਹੈ ਪੁੱਤਰ ਨੂੰ। ਇਸ ਕਰਕੇ ਭਾਈ ਤੀਰਥੇ ਨੇ ਗੁਰੂ ਦੇ ਬਚਨ ਕਮਾਏ ਤਾਂ ਕਲਿਆਣ ਪ੍ਰਾਪਤ ਹੋਇਆ। ਸੰਗਤ ਦੇ ਬਚਨ ਮਨੁੱਖ ਨੂੰ ਕਮਾਉਣੇ ਪੈਂਦੇ ਨੇ। ਜਿਵੇਂ ਜਿਵੇਂ ਉਹਨਾਂ ਬਚਨਾਂ ਤੇ ਚੱਲੇਗਾ ਆਨੰਦ ਦੀ ਪ੍ਰਾਪਤੀ ਹੋਏਗੀ, ਮਨੁੱਖ ਦੇ ਅੰਦਰ ਪਰਮਾਨੰਦ ਆਉਣਾ ਸ਼ੁਰੂ ਹੋ ਜਾਏਗਾ। ਹਾਥ ਜੋੜ ਕਰ ਅਰਜ ਗੁਜਾਰੀ, ਜਨਮ ਮਰਨ ਤੇ ਲੇਹੋ ਉਬਾਰੀ। ਹੱਥ ਜੋੜ ਕੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਇਹ ਵੈਸੇ ਐਸੀ ਅਰਦਾਸ ਤੇ ਉਹੀ ਕਰਦਾ ਜਿਹੜਾ ਥੋੜਾ ਜਗਿਆਸੂ ਹੋਏ, ਇਹ ਅਰਦਾਸ ਉਹੀ ਕਰੇਗਾ। ਕਹਿੰਦੇ, ਮਹਾਰਾਜ ਜਨਮ ਤੇ ਮਰਨ ਦਾ ਬੜਾ ਵੱਡਾ ਦੁੱਖ ਹੈ, ਮੈਨੂੰ ਇਸ ਦੁੱਖ ਤੋਂ ਕੱਢ ਲਵੋ। ਜਿਹਨੂੰ ਜਨਮ ਤੇ ਮਰਨ ਦੁੱਖ ਲੱਗ ਗਿਆ, ਯਾਦ ਰੱਖੋ ਸਾਧ ਸੰਗਤ, ਉਹ ਇਸ ਦੁਨੀਆ ਤੋਂ ਪਾਰ ਉਤਾਰਾ ਕਰਾ ਜਾਏਗਾ। ਦੁਨੀਆ ਇੱਥੇ ਵੀ ਭਲਾ ਹੋ ਜਾਏਗਾ ਤੇ ਅੱਗੇ ਵੀ। ਜਿਸ ਨੂੰ ਹਜੇ ਇਸ ਜੀਵਨ ਦੇ ਵਿੱਚ ਆਨੰਦ ਆ ਰਿਹਾ ਹੈ, ਇਸ ਜੀਵਨ ਉਹਨੂੰ ਬੜਾ ਵੱਡਾ ਲੱਗ ਰਿਹਾ, ਇਹੀ ਜੀਵਨ ਹਜੇ, ਫਿਰ ਇਹਦਾ ਮਤਲਬ ਹੈ ਉਹਦੀ ਸੁਰਤ ਪਿੱਛੇ ਨਹੀਂ ਗਈ, ਹਜੇ ਉਹਨੇ ਪਿੱਛੇ ਨਹੀਂ ਮੁੜ ਕੇ ਵੇਖਿਆ। ਕਿਉਂਕਿ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਮਨੁੱਖ ਦੀ ਸੁਰਤ ਜਿਹੜੀ ਹੈ ਇਸ ਦੁਨੀਆ ਦੇ ਪਦਾਰਥਾਂ ਵਿੱਚ ਇੰਨੀ ਕੁ ਜੁੜ ਗਈ ਹੈ, ਇਹਨੂੰ ਯਾਦ ਹੀ ਨਹੀਂ ਰਿਹਾ ਆਇਆ ਕਿੱਥੋਂ ਹੈ ਤੇ ਜਾਣਾ ਕਿਤੇ। ਐਗਜ਼ਾਮਪਲ ਲਈ, ਜਿਵੇਂ ਇੱਕ ਮਨੁੱਖ ਕਿਸੇ ਪਿੰਡ ਦੇ ਵਿੱਚੋਂ ਤੁਰ ਕੇ ਤਰਾਵੜੀ ਆਉਂਦਾ ਹੈ, ਸਮਾਨ ਲੈਣ ਲਈ ਆਇਆ, ਰਾਤ ਨੂੰ ਵੀ ਇੱਥੇ ਰਹੀ ਜਾਏ, ਦਿਨੇ ਵੀ ਇੱਥੇ ਘਰ ਦੇ ਡੀਕ ਕਰਦੇ ਨੇ, ਕਿੱਥੇ ਚਲਾ ਗਿਆ?
घर जाना ही भुल जाए, फिर उन्होंने आके याद कराउणगे, धक्के नाल फड़ के लैके जाणगे, चल इत्थों, ये तेरा ठिकाना नहीं है। इवें मनुख ये दुनिया ते रहण लई नहीं सी आया, ये दुनिया ते कमाउण लई आया सी। रहना तो है ही नहीं इत्थे, रहना तो किसी ने भी नहीं। पर यह भुलेखे दे विच इहनूं रहण दा स्थान मन बैठा है, मन बैठा है, मन्निया है नहीं। और कई बारी मनुख गलत चीज़ नूं सही मन लैंदा है, मनोत गलत भी हो सकती है। इस करके महाराज कहते जो तू मन्निया होया है वो तेरा मनना गलत है। इस करके कहते ने पहला मरना पैंदा है, गुरु के बचनों के विच मरना पैंदा, फिर जीवन मिलता है। जिन्होंने महाराज ने कि जो तो प्रेम खेलन का चाओ, सिर तर तली गली मेरी आओ। इसका मतलब यह है अपने सिर नूं, अपने दिमाग नूं थले रख दे, पहला अपनी बुद्धि थले रख। तेरी बुद्धि की इत्थे लोड़ नहीं, तेरे दिमाग की लोड़ नहीं, सिर्फ गुरु के दिमाग की लोड़ रह जाती है। मनुख इस दुनिया ते आया तो है, ये शरीर नूं अपना समझ बैठा है, तो ये मन नूं अपना समझ बैठा है। इन्ना कि इत्थे रुझ गया है, जिन्हें इनू परिवार मिले सारे परिवार नूं अपना समझ बैठा है नहीं है। ये तो महाराज ने पूर्व जन्म के मिले संजोगी, अंत है को ना सहाई। ये जो कुछ भी सानू मिले, जिन्ना परिवार है, पिछले जैसे कर्म किए ने उस हिसाब नाल माँ बाप मिले ने, उस हिसाब नाल पिता पुत्र का संबंध बनता है। और ये पहली बारी संबंध नहीं मिलया, बड़ी बारी मिलया, कई बारी आए हैं, वो वक्री गल सानू याद नहीं है। इस करके मनुख जिमें पिंड चों आया तरोड़ियों ही रहन लग जाए। वो कहते इत्थे दा वासा नहीं है, डड्डा डेरा ये नहीं, जह डेरा तह जान, ये डेरा नहीं है। हे आत्मा, जीव आत्मा जिन्हों तू अपना समझ बैठी है, ये डेरा नहीं है। ये तो जैसे रहन पराहुणे उठ चल सैं प्रभात। ये तो इवें है जिवें प्राहुणे आउंदे ने, किसी के घर 2 दिन रहणगे, तीजे दिन रहणगे, चौथे दिन अपने घर जाना ही पैंदा है। महाराज कहते जिन तुम भेजे तिन्हें बुलाए, सुख सहज सेती कर आओ। आरामदारी नाल, सहजता नाल मनुख अपने घर बारे जानना कर। हे जीव आत्मा, वो परमेश्वर बारे जान, क्योंकि बड़े जन्मां तो बहुत जन्म विछुरे थे माधो, बड़े समय तो तू उतों विछड़ी हुई है, उन्होंने याद कर, उहदे बारे जानना कर। सहत कुटुंब होए कल्याणे, अस कीजै उपदेश महाने। कहंदा महाराज असीं चाहुंदे आ जन्म मरण मिटे, ते साडे परिवार दे नाल साडे परिवार दा भी कल्याण हो जाए। मेरा ते होए, नाल साडे परिवार दा भी कल्याण हो जाए, ऐसा उपदेश मैनू देना करो। करियो वाक तब श्री गुरुदेवा, करो आप गुर सीखियन सेवा। महाराज साहब जी ने उपदेश दिता, कहंदे भाई फिर जेड़े मनुख बंदगी ते लगे हुए ने, उन्हां दी शरण विच पाओ, उन्हां दी सेवा करया करो। जेड़े बंदगी वाले ने उन्हां दा हिरदा खुश करो, उन्हां नाल प्रिय बचन बोलो, चंगे बचन बोलो। हो सकता है उन्हां दी किरपा दे नाल ही, जिवें साध संगत असीं भाई बुद्धू दे आवे दी गल करदे आ। भाई बुद्धू ने आवा रचिया, गुरु अर्जन साहब महाराज तो हुक्म भी लैके गया, कहंदे महाराज इट्टां जोड़ियां ने, इट्टां खोलणियां ने, ते संगत दा लंगर पानी करना कर लिया। भाई कमलिया भी विचों किते संगत दे विच सी उसे पिंड च, उन्हें लंगर पानी किया, ओहदा लंगर ना होया। गया सेवादारां क्या हुण लंगर नहीं है, जा अपने घर। वो अपनी मस्ती दे विच सी, कहंदा जा फिर कच्चियां ही रहणगियां, पकदियां ते नहीं, जाओ हुण कच्चियां ही रहणगियां। बंदगी की गल है, जदों बंदगी जिहदे अंदर बंदगी है, उहदा ते एक एक शब्द ही वेद है, एक एक शब्द ही पुराण बन जाता है। साध संग बंदगी वाले दा एक एक शब्द उहदा सिमरती है, एक एक शब्द उहदा कल्याणकारी है। मिथ्या वचन वो नहीं बोलेगा, वही वचन बोलेगा जेड़े वचन दे नाल कल्याण हुंदा होवे, जेड़े वचन दे नाल किसी दा फायदा हुंदा है। भाई कमलिया कहंदा कच्चियां रहणगियां, कोई पता नहीं किहड़े वेश कौन तुरया फिरदा है, कोई पता नहीं है। वो आए महाराज साहब जी सच्चे पातशाह, इट्टां खोलियां कच्चियां, महाराज कोल गए, महाराज तुहाडा वचन। सच्चे पातशाह कहंदे ने भाई सिखां दे वचन अगे साडा वचन नहीं है।
ਜੋ ਉਹਨਾਂ ਵਚਨ ਕਰ ਦਿੱਤਾ ਹੈ ਉਹ ਸਾਡੇ ਪਿਆਰੇ ਨੇ, ਉਹਨਾਂ ਦਾ ਵਚਨ ਉੱਚਾ ਹੈ, ਸਾਡੇ ਨੀਵੇਂ ਨੇ ਵਚਨ। ਮਹਾਰਾਜ ਕਹਿੰਦੇ ਫਿਰ ਠੀਕ ਹੈ, ਵਚਨ ਤੇ ਉਹਦਾ ਹੁਣ ਅਟਾਲੀ ਰਹੇਗਾ, ਚਲੋ ਅਸੀਂ ਇਹਦਾ ਸੋਲੂਸ਼ਨ ਕੱਢ ਦਿੰਦੇ ਹਾਂ। ਰਹਿਣਗੀਆਂ ਤੇ ਹੁਣ ਕੱਚੀਆਂ ਹੀ, ਪਰ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਗੱਲ ਇੰਨੀ ਹੋ ਸਕਦੀ ਹੈ, ਰਹਿਣਗੀਆਂ ਕੱਚੀਆਂ ਹੀ। ਜੇ ਉਹਨੇ ਕਹਿਤਾ ਕੱਚੀਆਂ ਤੇ ਰਹਿਣਗੀਆਂ ਹੁਣ ਕੱਚੀਆਂ ਇੱਟਾਂ, ਪੱਕਣਗੀਆਂ ਤੇ ਨਹੀਂ। ਪਰ ਚਲੋ ਠੀਕ ਹੈ, ਤੂੰ ਵੀ ਖਰਚਾ ਕੀਤਾ ਹੈ, ਸਾਡੇ ਕੋਲ ਅਰਦਾਸ ਵੀ ਕਰਨ ਆਇਆ ਸੀ, ਫਿਰ ਹੁਣ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਕਿਲੇ ਦੀ ਕੰਧ ਡਿੱਗੀ, ਇੱਟਾਂ ਦੀ ਸ਼ੋਰਟੇਜ ਹੋ ਗਈ, ਮੀਂਹ ਪੈਂਦਾ ਸੀ। ਕਹਿੰਦੇ ਇੱਟਾਂ ਦੇ ਮੇਰੇ ਕੋਲ ਹੈਗੀਆਂ ਨੇ, ਹੈ ਕੱਚੀਆਂ ਪੱਕੀਆਂ। ਕਹਿੰਦੇ ਲਿਆ ਦੇ, ਕੋਈ ਨਹੀਂ, ਤੈਨੂੰ ਮੁੱਲ ਵੀ 1.5 ਗੁਣਾ ਦੇਵਾਂਗੇ। 1.5 ਗੁਣਾ ਮੁੱਲ ਦੇ ਹਿਸਾਬ ਨਾਲ ਇੱਟਾਂ ਵਿਕ ਗਈਆਂ। ਸੋ ਇਸ ਕਰਕੇ ਸਾਧ ਸੰਗਤ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ, ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਇੱਟਾਂ ਦੇ ਮੇਰੇ ਕੋਲ ਹੈਗੀਆਂ ਨੇ, ਹੈ ਕੱਚੀਆਂ ਪੱਕੀਆਂ। ਕਹਿੰਦੇ ਲਿਆ ਦੇ, ਕੋਈ ਨਹੀਂ, ਤੈਨੂੰ ਮੁੱਲ ਵੀ 1.5 ਗੁਣਾ ਦੇਵਾਂਗੇ। 1.5 ਗੁਣਾ ਮੁੱਲ ਦੇ ਹਿਸਾਬ ਨਾਲ ਇੱਟਾਂ ਵਿਕ ਗਈਆਂ। ਸੋ ਇਸ ਕਰਕੇ ਸਾਧ ਸੰਗਤ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ, ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਕਹਿੰਦੇ ਉਹਨਾਂ ਦੀ ਸੇਵਾ ਕਰੋ, ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਨਾਲ ਵਚਨ ਵਿਲਾਸ ਕਰਕੇ ਉਹਨਾਂ ਤੋਂ ਇਸ ਚੀਜ਼ ਬਾਰੇ ਜਾਣਨਾ ਕਰੋ। ਬੰਤਾ ਸੁਤ ਤਨੁਜਾ ਸਿੱਖ ਰਾਵੋ, ਕਹਿ ਤਿਨ ਤੇ ਸੇਵਾ ਕਰਵਾਵੋ। ਮਹਾਰਾਜ ਕਹਿੰਦੇ ਜੇ ਚਾਹੁੰਦੇ ਹੋ ਪਰਿਵਾਰ ਦਾ ਵੀ ਕਲਿਆਣ ਹੋਏ, ਫਿਰ ਭਾਈ ਆਪਣੀ ਪਤਨੀ ਨੂੰ ਆਪਣਿਆਂ ਬੱਚਿਆਂ ਨੂੰ ਰੋਜ਼ ਕਹਿਣਾ, ਭਾਈ ਤੁਸੀਂ ਉਹਨਾਂ ਨੂੰ ਚੰਗੀ ਸਿੱਖਿਆ ਦਿਵੋ, ਰੱਬ ਦੀ ਸਿੱਖਿਆ ਦਿਵੋ। ਉਹਨਾਂ ਨੂੰ ਵੀ ਕਹੋ ਤੁਸੀਂ ਸੇਵਾ ਕਰੋ, ਤਾਂ ਹੀ ਉਹਨਾਂ ਦਾ ਪਾਰ ਉਤਾਰਾ ਹੋ ਸਕਦਾ ਹੈ। ਲਖੋ ਵਾਹਿਗੁਰੂ ਕੇ ਹਮ ਦਾਸਾ, ਤਿਮ ਸੁਤ ਸੁਤਾ ਦਾਸ ਗੁਰ ਪਾਸ। ਔਰ ਹਮੇਸ਼ਾ ਇਹ ਸਮਝੋ, ਅਸੀਂ ਤੇ ਉਹ ਪਰਮਾਤਮਾ ਦੇ ਦਾਸ ਹਾਂ, ਅਸੀਂ ਤੇ ਉਹਦੇ ਬਣਾਏ ਹੋਏ ਛੋਟੇ ਜਿਹੇ ਜੀਵ ਹਾਂ। ਉਹਨੇ ਸਾਨੂੰ ਆ ਧਰਤੀ ਤੇ ਭੇਜਿਆ। ਐਵੇਂ ਸਮਝੋ ਮੈਂ ਵੀ ਦਾਸ ਹਾਂ ਤੇ ਮੇਰੇ ਬੱਚੇ ਵੀ ਉਹਦੇ ਦਾਸ ਨੇ। ਪਰਮਾਤਮਾ ਤੂੰ ਮਾਲਕ ਹੈ, ਅਸੀਂ ਤੇ ਨੌਕਰ ਹਾਂ, ਅਸੀਂ ਤੇ ਦਾਸ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਅਸੀਂ ਤੇ ਮੁੱਲ ਖਰੀਦੇ ਹੋਏ ਲਾਲਾ ਗੋਲੇ ਹਾਂ, ਅਸੀਂ ਤੇ ਗੁਲਾਮ ਹਾਂ ਪਰਮਾਤਮਾ ਤੇਰੇ। ਮਹਾਰਾਜ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੀਵਰੀ ਜਿਹ ਖਿੰਚੇ ਤਹ ਜਾਓ। ਅਸੀਂ ਤੇ ਪਰਮਾਤਮਾ ਹਮ ਕੂਕਰ ਤੇਰੇ ਦਰਬਾਰ, ਭੌਂਕੈ ਆਗਹਿ ਬਦਨ ਪਸਾਰ। ਪਰਮਾਤਮਾ ਅਸੀਂ ਤੇਰੇ ਦਰ ਦੇ ਕੁੱਤੇ ਹਾਂ, ਇਹ ਤੋਂ ਵੱਡੇ ਅਸੀਂ ਕੁਝ ਨਹੀਂ ਹਾਂ। ਤੂੰ ਸਾਡੇ ਗਲ ਦੇ ਵਿੱਚ ਡੋਰੀ ਪਾਈ ਹੋਈ, ਗਲੇ ਹਮਾਰੇ ਜੇਵਰੀ, ਸਾਡੇ ਗਲ ਦੇ ਵਿੱਚ ਤੂੰ ਡੋਰੀ ਪਾਈ ਹੋਈ ਹੈ। ਜਿੱਧਰ ਨੂੰ ਤੂੰ ਖਿੱਚਦਾ ਹੈ ਉੱਧਰ ਅਸੀਂ ਚੱਲ ਪੈਂਦੇ ਹਾਂ। ਕਿਉਂਕਿ ਇਹ ਜਿਹੜੇ ਕਰਮ ਬਣਾਏ ਨੇ ਇਹ ਵੀ ਤੇ ਤੂੰ ਹੀ ਬਣਾਏ ਨੇ, ਸਾਨੂੰ ਕਰਮ ਤੂੰ ਹੀ ਤੇ ਦਿੱਤੇ ਨੇ। ਕੋਈ ਬਾਹਰੋਂ ਥੋੜੀ ਨਾ ਕਰਮ ਦੇ ਕੇ ਆ ਕੇ ਦਿੱਤੇ ਵੀ ਤੇ ਉਹਨੇ ਹੀ ਨੇ, ਫਿਰ ਕੱਟਣੇ ਵੀ ਉਹਨੇ ਨੇ। ਦੇਣ ਦੀ ਸਮਰੱਥਾ ਵੀ ਉਹਦੇ ਵਿੱਚ ਹੀ ਹੈ, ਸਾਧ ਸੰਗਤ ਕੱਟਣ ਦੀ ਸਮਰੱਥਾ ਵੀ ਉਹਦੇ ਵਿੱਚ ਹੈ। ਔਰ ਉਹ ਕੱਟ ਸਕਦਾ ਹੈ, ਡਿਪੈਂਡ ਕਰਦਾ ਹੈ ਮਨੁੱਖ ਕਿੰਨੇ ਤਰਲੇ ਲੈ ਕੇ ਅਰਦਾਸ ਕਰਦਾ। ਗੱਲ ਇੰਨੀ ਹੈ, ਕਿੰਨੇ ਹਿਰਦੇ ਨਾਲ ਬੋਲਦਾ ਉਹਦੇ ਅੱਗੇ। ਇਸ ਕਰਕੇ ਕਹਿੰਦੇ ਭਾਈ ਇਹ ਗੱਲ ਜਾਣੋ, ਤੁਸੀਂ ਗੁਲਾਮ ਹੋ। ਆਪਣੇ ਆਪ ਨੂੰ ਪਰਮਾਤਮਾ ਦਾ ਗੁਲਾਮ ਸਮਝ ਤੇ ਆਪਣੇ ਬੱਚਿਆਂ ਨੂੰ ਵੀ ਉਹਦਾ ਗੁਲਾਮ ਹੀ ਸਮਝ। ਜਥਾ ਖਸਮ ਕੇ ਦਰ ਪਰ ਘੋਰਾ, ਚਾਕਰ ਚੜ੍ਹੈ ਆਵੇ ਦੇ ਛੋਰਾ। ਕਹਿੰਦੇ ਜਿਵੇਂ ਕਿਸੇ ਮਾਲਕ ਦੇ ਘਰ ਵਿੱਚ ਘੋੜਾ ਖਲੋਤਾ ਹੈ, ਗੁਰੂ ਰਾਮਦਾਸ ਜੀ ਉਦਾਹਰਣ ਦਿੰਦੇ ਨੇ, ਤੇ ਉਹ ਘੋੜੇ ਤੇ ਨੌਕਰ ਚੜ੍ਹ ਕੇ ਚਲਾ ਜਾਵੇ ਤੇ ਆ ਕੇ ਫਿਰ ਉਹੀ ਵਾਲਾ ਘੋੜਾ ਲਿਆ ਕੇ ਖਸਮ ਦੇ ਦਰਵਾਜ਼ੇ ਤੇ ਬੰਨ੍ਹ ਦੇਵੇ। ਤਬ ਸਭ ਚਿੰਤ ਖਸਮ ਕੋ ਹੋਏ, ਖਾਣ ਪਾਣ ਦੇ ਭੁੱਖ ਹੈ ਸੋਏ। ਕਹਿੰਦੇ ਫਿਰ ਜਿਹੜਾ ਘੋੜਾ ਜਿਹਦੇ ਕਿੱਲੇ ਤੇ ਵੱਜ ਗਿਆ, ਚਿੰਤਾ ਤੇ ਉਹ ਮਾਲਕ ਨੂੰ ਹੈ ਜਿਹਦੇ ਕਿੱਲੇ ਤੇ ਵੱਜਾ। ਦੂਜੇ ਨੂੰ ਕੀ ਚਿੰਤਾ, ਨੌਕਰ ਨੂੰ ਕੋਈ ਚਿੰਤਾ ਨਹੀਂ ਰਹਿੰਦੀ। ਨੌਕਰ ਨੇ ਤੇ ਘੋੜਾ ਖੋਲਿਆ, ਚੜ ਕੇ ਗਿਆ, ਆ ਕੇ ਫਿਰ ਬੰਨ੍ਹ ਦਿੱਤਾ ਖਸਮ ਦੇ ਘਰ ਦੇ ਵਿੱਚ। ਉਹ ਜਿਸ ਮਾਲਕ ਦਾ ਘੋੜਾ ਸੀ ਉਹਦੇ ਘਰ ਹੀ ਬੰਨ੍ਹ ਦਿੱਤਾ। ਕਹਿੰਦੇ ਜਿਹੜਾ ਤੇਰਾ ਮਨ ਰੂਪੀ ਘੋੜਾ ਹੈ ਨਾ, ਜਿਹੜਾ ਆਪਣੇ ਆਪ ਨੂੰ ਵੱਡਾ ਸਮਝੀ ਬੈਠਾ, ਇਹਨੂੰ ਲਿਆ ਕੇ ਪਰਮਾਤਮਾ ਦੇ ਦਰਵਾਜ਼ੇ ਤੇ ਬੰਨ੍ਹ ਦੇ। ਔਰ ਇਹ ਕਹਿ ਦੇ ਆਪਣੇ ਸਰੀਰ ਨੂੰ ਤੂੰ ਕੁਛ ਨਹੀਂ ਹੈ। ਕਹਿੰਦੇ ਫਿਰ ਜਦੋਂ ਘੋੜਾ ਮਾਲਕ ਦੇ ਦਰਵਾਜ਼ੇ ਤੇ ਬੰਨ੍ਹਿਆ ਗਿਆ ਨਾ, ਫਿਰ ਉਹਦੇ ਖਾਣ ਪੀਣ ਦੀ ਚਿੰਤਾ ਮਾਲਕ ਨੂੰ ਹੋ ਜਾਂਦੀ ਹੈ।
हे ਮਨੁੱਖ, ਜਦੋਂ ਤੂੰ ਪ੍ਰਮਾਤਮਾ ਨੂੰ ਇਹ ਕਹਿ ਦੇਂਗਾ ਮੈਂ ਕੁਛ ਨਹੀਂ ਹਾਂ, ਪ੍ਰਮਾਤਮਾ ਸਭ ਕੁਝ ਤੇਰਾ ਹੀ ਹੈ, ਫਿਰ ਤੇਰੀ ਚਿੰਤਾ ਪ੍ਰਮਾਤਮਾ ਨੂੰ ਹੋ ਜਾਏਗੀ। ਤਿਮ ਆਪਨੋ ਸਗਰੋ ਪਰਵਾਰ, ਸੌਂਪਹਿ ਸਤਿਗੁਰ ਕੇ ਦਰਬਾਰ। ਫਿਰ ਐਵੇਂ ਕਰਕੇ ਆਪਣਾ ਸਾਰਾ ਪਰਿਵਾਰ ਹੈ ਉਹਨੂੰ ਪ੍ਰਮਾਤਮਾ ਦੇ ਦਰ ਤੇ ਅਰਪਣ ਕਰ ਦੇ। ਨਾਲ ਦੀ ਨਾਲ ਇਹ ਕਹਿ ਦੇ, ਪ੍ਰਮਾਤਮਾ ਇਹ ਤੇਰੇ ਬੱਚੇ ਵੀ ਤੇਰੇ, ਪਰਿਵਾਰ ਵੀ ਤੇਰਾ, ਮੈਂ ਵੀ ਤੇਰਾ, ਮੇਰਾ ਸਰੀਰ ਵੀ ਤੂੰ ਬਣਾਇਆ ਹੈ। ਫਿਰ ਪ੍ਰਮਾਤਮਾ ਦੇ ਦਿਲ ਵਿੱਚ ਤਰਸ ਆ ਜਾਂਦਾ ਹੈ। ਤਜੇ ਆਪਨ ਪੋ ਤਿਨ ਤੇ ਘਨੋ, ਜਨਾਏ ਤਰੀ ਮੇਲ ਘਨ ਮਨੋ। ਕਹਿੰਦੇ ਆਪਣਾ ਆਪ ਛੱਡ ਦੇਵੇ ਤੇ ਇਵੇਂ ਸਮਝੇ ਆ ਜਿਹੜਾ ਮੇਰਾ ਪਰਿਵਾਰ ਇਕੱਠਾ ਹੋਇਆ ਇਹ ਤੇ ਜਿਵੇਂ ਬੇੜੀਆਂ ਨਹੀਂ ਇਕੱਠੀਆਂ ਹੁੰਦੀਆਂ, ਆਪਾਂ ਵੇਖਦੇ ਆ ਦਰਿਆਵਾਂ ਦੇ ਕੰਢਿਆਂ ਤੇ ਬੇੜੀਆਂ ਇਕੱਠੀਆਂ ਹੁੰਦੀਆਂ ਨੇ, ਰਾਤ ਨੂੰ ਸਵੇਰੇ ਸਵੇਰੇ ਬੇੜੀਆਂ ਆਪੋ ਆਪਣੇ ਰਾਹਾਂ ਤੇ ਚੱਲ ਪੈਂਦੀਆਂ ਨੇ। ਇਹ ਪਰਿਵਾਰ ਵੀ ਦਰਿਆ ਦਾ ਕੰਢਾ ਹੈ, ਜਿਵੇਂ ਅੱਡੋ ਅੱਡ ਬੇੜੀਆਂ ਆ ਕੇ ਇਕੱਠੀਆਂ ਹੋਈਆਂ ਨੇ, ਕੋਈ ਪਿਓ ਦੇ ਰੂਪ ਵਿੱਚ, ਕੋਈ ਪੁੱਤਰ ਦੇ ਰੂਪ ਵਿੱਚ। ਜਿਵੇਂ ਜਿਵੇਂ ਸਵੇਰ ਜਿਵੇਂ ਜਿਵੇਂ ਉਹਦ ਮੁੱਕਦੀ ਜਾਣੀ ਹੈ, ਇਹ ਬੇੜੀਆਂ ਆਪੋ ਆਪਣੇ ਰਾਹ ਨਿਕਲ ਜਾਣੀਆਂ ਨੇ। ਫਿਰ ਕਿੱਥੇ ਇਕੱਠੇ ਹੋਣਾ ਹੈ, ਕਿਹੜੇ ਸੰਜੋਗੀ ਮੇਲੇ ਹੋਣਗੇ ਇਹ ਜੀਵ ਆਤਮਾ ਦੇ, ਇਹ ਰੱਬ ਜਾਣਦਾ। ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੈ ਪਾਰ। ਇਹ ਮਨੁੱਖ ਤੇਰੇ ਕਰਮਾਂ ਦੇ ਸੰਜੋਗਾਂ ਦੇ ਨਾਲ ਆ ਜਿਹੜੀਆਂ ਜੀਵ ਆਤਮਾ ਇਕੱਠੀਆਂ ਹੋਈਆਂ ਨੇ ਪਰਿਵਾਰ 'ਚ, ਜਿੱਦਣ ਤੇਰਾ ਵਿਜੋਗ ਹੋਣਾ ਹੈ ਆਪੋ ਆਪਣੇ ਕਰਮਾਂ ਦੇ ਅਨੁਸਾਰ ਕੋਈ ਕਿਤੇ ਨੂੰ ਚਲਾ ਜਾਏਗਾ, ਕੋਈ ਆਪਣੀ ਵਾਸ਼ਨਾ ਦੇ ਅਨੁਸਾਰ ਕੋਈ ਕਿਸੇ ਜਨਮ 'ਚ ਚਲਾ ਜਾਏਗਾ। ਫਿਰ ਕਰਮ ਇਕੱਠੇ ਹੋਣਗੇ, ਫਿਰ ਮੇਲੇ ਹੋਣਗੇ, ਕਿੱਥੇ ਹੋਣਗੇ ਇਹ ਕਿਸੇ ਨੂੰ ਨਹੀਂ ਪਤਾ ਹੈ। ਤਬ ਸਤਿਗੁਰ ਕੋ ਪਰ ਹੈ ਲਾਜ, ਕਰਹਿ ਨਿਭਾਹਨ ਸਕਲ ਸਮਾਜ। ਜਦੋਂ ਮਾਲਕ ਦੇ ਬਣ ਜਾਈਏ, ਗੁਰੂ ਰਾਮਦਾਸ ਜੀ ਕਹਿੰਦੇ ਨੇ ਜਦੋਂ ਮਾਲਕ ਦੇ ਬਣ ਜਾਈਏ ਫਿਰ ਉਹਦੀ ਇੱਜ਼ਤ ਰੱਖਣੀ ਮਾਲਕ ਦਾ ਫਰਜ਼ ਬਣ ਜਾਂਦਾ ਹੈ। ਜਦੋਂ ਮਨੁੱਖ ਆ ਕੇ ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਹਮ ਤਨ ਦਿਓ ਹੈ ਢਾਰ, ਭਾਵੇਂ ਪਰਮਾਤਮਾ ਕੋਈ ਬੁਰਾ ਕਵੇ ਭਾਵੇਂ ਮਾੜਾ ਕਹੇ, ਅਸੀਂ ਤੇ ਜਿਹੜਾ ਤਨ ਤੇਰੇ ਇੱਥੇ ਸੁੱਟ ਦਿੱਤਾ ਹੈ। ਜਿਵੇਂ ਸਾਧ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸੇਵਾ ਕਰਦੇ ਸਨ ਨਾ, ਲੋਕਾਂ ਨੇ ਕਹਿਣਾ ਬੁੱਢੇ ਬਾਰੇ ਹੁਣ ਘਰ ਦੇ ਬੱਚੇ ਤੇ ਰੱਖਦੇ ਨਹੀਂ ਹੈ, ਬਜ਼ੁਰਗ ਹੋ ਗਏ ਇੱਥੇ ਆ ਕੇ ਹੁਣ ਗੁਰਦੁਆਰੇ ਆ ਕੇ ਰੋਟੀ ਪਾਣੀ ਖਾਂਦਾ, ਕੰਮ ਇਹਦਾ ਚੱਲ ਜਾਂਦਾ, ਐਵੇਂ ਲੋਕੀ ਕਹਿੰਦੇ ਨੇ। ਜੋ ਜ਼ਿਆਦਾ ਬੰਦਗੀ ਵਿੱਚ ਮਨੁੱਖ ਜੁੜ ਜਾਏਗਾ ਲੋਕਾਂ ਨੇ ਐਵੇਂ ਹੀ ਕਹਿਣਾ। ਜਿਵੇਂ ਜਿਵੇਂ ਮਨੁੱਖ ਚੰਗੇ ਕੰਮ ਵੱਲ ਲੱਗੇਗਾ ਕਹਿਣ ਵਾਲਿਆਂ ਦੀਆਂ ਇਹੀ ਨਜ਼ਰਾਂ ਹੋ ਜਾਂਦੀਆਂ ਨੇ। ਕਹਿੰਦੇ ਰੋਟੀ ਪਾਣੀ ਤੇ ਮਿਲਦਾ ਨਹੀਂ, ਆ ਕੇ ਗੁਰਦੁਆਰੇ ਰੋਟੀ ਪਾਣੀ ਮਿਲ ਜਾਂਦਾ, ਤਾਂ ਹੀ ਤੇ ਇੱਥੇ ਸੇਵਾ ਕਰਦਾ ਫਿਰਦਾ ਹੈ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਇਹ ਬਚਨ ਸੁਣੇ, ਕਹਿੰਦੇ ਭਲਿਓ ਲੋਕੋ, ਜਿਨ੍ਹਾਂ ਨੂੰ ਤੁਸੀਂ ਐਵੇਂ ਕਹਿੰਦੇ ਹੋ ਵੀ ਇੱਥੇ ਆ ਕੇ ਰੋਟੀ ਖਾਂਦਾ, ਇੱਕ ਦਿਨ ਇਹਦੇ ਦਰਵਾਜ਼ੇ ਤੋਂ ਦੁਨੀਆ ਰੋਟੀਆਂ ਖਾਣੀਆਂ ਨੇ, ਇਹਨੂੰ ਤੁਸੀਂ ਕਹਿ ਰਹੇ ਹੋ ਰੋਟੀ ਖਾਂਦਾ। ਗੱਲ ਸ਼ਰਧਾ ਦੀ ਹੈ ਸਾਧ ਸੰਗਤ, ਆਪਣੇ ਸੇਵਕ ਦੀ ਆਪ ਉਹ ਰੱਖਦਾ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਆਪਣੇ ਜਨਾਂ ਦੀ ਪੈਜ ਰੱਖਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਾ ਸਾਡੇ ਨੇੜੇ ਕੁਰਸ਼ੇਤਰ ਦੀ ਜੰਗ, ਇਹਦੇ ਮਹਾਭਾਰਤ ਦੀ ਜੰਗ ਹੋਈ। ਮਹਾਰਾਜ ਕਹਿੰਦੇ ਨੇ ਪੰਚਾਲੀ ਕੋ ਰਾਜ ਸਭਾ ਮਹਿ ਰਾਮ ਨਾਮ ਸੁਧ ਆਈ। ਪੰਚਾਲੀ ਕਹਿੰਦੇ ਦ੍ਰੋਪਦੀ ਨੂੰ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਹਿੰਦੇ ਜਦੋਂ ਦ੍ਰੋਪਦੀ ਦੀ ਸਾੜੀ ਖਿੱਚ ਰਹੇ ਸਨ ਦੁਸ਼ਾਸਨ ਰੀ, ਦ੍ਰੋਪਦੀ ਨੇ ਭੀਸ਼ਮ ਪਿਤਾ ਵੱਲ ਵੇਖਿਆ, ਅੱਖਾਂ ਨੀਵੀਆਂ ਕਰ ਲਈਆਂ, ਸੋਧੀ ਇੱਥੇ ਕੁਝ ਨਹੀਂ ਹੈ। ਉਹ ਪਾਂਡਵਾਂ ਵੱਲ ਵੇਖਿਆ, ਬੜਾ ਮਾਣ ਸੀ ਪਾਂਡਵਾਂ ਤੇ, ਪੰਜ ਪਤੀ ਨੇ, ਕਿਸੇ ਨੇ ਬਾਂਹ ਨਾ ਫੜੀ। ਦ੍ਰੋਪਦੀ ਸੋਚਦੀ ਹੈ ਹੁਣ ਪਰਮੇਸ਼ਰ ਨੂੰ ਅਰਾਧੀਏ, ਉਹਦੀ ਬੰਦਗੀ ਕਰੀਏ, ਹੁਣ ਲਾਜ ਉਹਨੇ ਰੱਖਣੀ ਹੈ। ਸਾਧ ਸੰਗਤ ਜਿਹਦੇ ਅੱਗੇ ਅਰਦਾਸਾਂ ਕਰੀਏ, ਜਿਹਦੇ ਦਰ ਤੇ ਪੈ ਜਾਈਏ, ਉਹਨੂੰ ਫਿਰ ਲਾਜ ਰੱਖਣੀ ਪੈਂਦੀ ਹੈ, ਨਹੀਂ ਉਹਦੀ ਬੇਇੱਜ਼ਤੀ ਹੈ। ਤਾਂ ਹੀ ਤੇ ਭਗਤ ਕਹਿੰਦੇ ਨੇ, ਕਹਿੰਦੇ ਹੈ ਪਰਮਾਤਮਾ ਜੋ ਰਾਜ ਦੇਹ ਤਾਂ ਕਮਨ ਵਡਾਈ, ਜੋ ਭੀਖ ਮੰਗਾਏ ਤਾਂ ਕਿਆ ਘਟ ਜਾਈ। ਜੇ ਤੂੰ ਰਾਜ ਦੇਂਗਾ ਇਹਦੇ ਵਿੱਚ ਮੇਰਾ ਕੀ ਵਧਣਾ ਹੈ? ਲੋਕਾਂ ਕਹਿਣਾ ਪਰਮਾਤਮਾ ਦੇ ਭਗਤ ਨੂੰ ਰਾਜ ਮਿਲਿਆ ਹੈ। ਜੇ ਭੀਖ ਮੰਗਾਏਗਾ ਮੇਰਾ ਕੁਝ ਨਹੀਂ ਘਟਣਾ। ਲੋਕਾਂ ਕਹਿਣਾ ਰੱਬ ਦਾ ਨਾਂ ਲੈਂਦਾ ਉਧਰੋਂ ਭੀਖ ਮੰਗਦਾ ਫਿਰਦਾ। ਇਹ ਪਰਮਾਤਮਾ ਹੁਣ ਤੇ ਭਾਵੇਂ ਭੀਖ ਮੰਗਾ, ਭਾਵੇਂ ਰਾਜ ਗੱਦੀਆਂ ਦੇ ਪਾ ਦੇ, ਇਹ ਤੇ ਹੁਣ ਤੇਰੀ ਵਡਿਆਈ ਹੈ।
ਇਸ ਕਰਕੇ ਗੁਰੂ ਰਾਮਦਾਸ ਜੀ ਇੱਥੇ ਦ੍ਰਿੜ ਕਰਾਉਂਦੇ ਨੇ, हे ਮਨੁੱਖ ਪ੍ਰਮਾਤਮਾ ਤੇ ਵਿਸ਼ਵਾਸ ਰੱਖ, ਜਿਹਦੇ ਤੇ ਵਿਸ਼ਵਾਸ ਰੱਖੀਏ ਉਹਨੂੰ ਲਾਜ ਹੁੰਦੀ ਹੈ। ਸਾਧ ਸੰਗਤ ਮੈਂ ਪਹਿਲਾਂ ਵੀ ਇੱਕ ਵਾਰੀ ਸੁਣਾਈ ਆਪ ਜੀ ਨੂੰ ਗੱਲ, ਆ ਹੁਣੇ ਦੀ ਗੱਲ, ਕੋਈ ਸੱਜਣ ਸਨ, ਉਹਨਾਂ ਦਾ ਕਿਸੇ ਨਾਲ ਝਗੜਾ ਹੋ ਗਿਆ, ਉਹ ਇਕੱਲੇ ਸਨ, ਦੂਜੇ ਪਾਰਟੀ ਬੜੇ ਪੈਲੀਆਂ ਦੀ ਮਾਲਕ, ਮਰੱਬਿਆਂ ਦੇ ਮਾਲਕ, ਔਰ ਮਹਾਰਾਜ ਨੇ ਜਦੋਂ ਲੜਾਈ ਹੋਈ ਇਹ ਇਕੱਲਾ ਸੀ, 2 ਜਣੇ ਸਨ। ਇਸ ਮਨੁੱਖ ਤੋਂ ਦੂਜੇ ਮਨੁੱਖਾਂ ਦੇ ਸੱਟਾਂ ਵੀ ਜ਼ਿਆਦਾ ਵੱਜ ਗਈਆਂ, ਸੱਟਾਂ ਜ਼ਿਆਦਾ ਵੱਜ ਗਈਆਂ, ਇਹਨੂੰ ਵੀ ਚੁੱਕ ਕੇ ਹਸਪਤਾਲ ਲੈ ਗਏ, ਉਹਨਾਂ ਨੂੰ ਵੀ। ਨਾਲ ਦੇ ਕਹਿੰਦੇ ਨੇ ਕੋਈ ਕਿਸੇ ਪੁਲਿਸ ਵਾਲੇ ਨੂੰ ਫੋਨ ਕਰਾ ਕੇ ਕੁਝ ਕਰਾ ਲੈ। ਉਹ ਆਂਦਾ ਨਾ ਮੈਂ ਤੇ ਫੋਨ ਕਰ ਆਇਆ, ਕਿ ਇਹਨੂੰ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਨੂੰ ਕਹਿਆ ਮਹਾਰਾਜ ਤੇਰਾ ਭਗਤ ਚੱਲਿਆ ਜੇ, ਇਲਾਜ ਰੱਖਿਓ। ਕਹਿੰਦਾ ਕਮਲੀਆਂ ਗੱਲਾਂ ਕਰਦਾ ਹੈ, ਐਵੇਂ ਹੀ ਕਹਿੰਦੇ ਨੇ ਸਾਧ ਸੰਗਤ, ਕਮਲੀਆਂ ਗੱਲਾਂ ਕਰਦਾ। ਫਿਰ ਵੀ ਚਲੋ ਗੁਰੂ ਨਾਨਕ ਤੇ ਹੈ ਹੀ ਹੈ, ਫਿਰ ਵੀ ਕੋਈ ਸਪੋਰਟ ਤੇ ਚਾਹੀ। ਕਹਿੰਦਾ ਫਿਰ ਕੀ, ਜਦੋਂ ਕਹਿ ਹੀ ਦਿੱਤਾ ਸਪੋਰਟ ਹੈ ਤੇ ਫਿਰ ਦੂਜੀ ਕੀ ਰਹਿ ਗਿਆ, ਕੁਛ ਵੀ ਨਹੀਂ। ਫਿਰ ਕਹਿੰਦੇ ਚਲੋ, ਕਹਿੰਦੇ ਮੈਨੂੰ ਲੈ ਗਏ ਹਸਪਤਾਲ 'ਚ, ਮੈਂ ਦਰਵਾਜ਼ੇ ਦੇ ਵਿੱਚ ਵੜਿਆ ਤੇ ਜਿਹੜੇ ਬੈੱਡ ਤੇ ਮੈਨੂੰ ਪਾਇਆ ਪਿੱਛੇ ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ। ਕਹਿੰਦੇ ਮੈਂ ਆਖਿਆ ਵੀ ਵੇਖੋ ਪਹਿਲਾਂ ਮੇਰੇ ਤੋਂ ਪਹੁੰਚ ਗਏ ਨੇ। ਕਹਿੰਦੇ ਉਹ ਕਹਿੰਦੇ ਤੂੰ ਚੱਲ ਕੋਈ ਨਹੀਂ ਆਪਣਾ ਇਲਾਜ ਕਰਾ, ਕਮਲੀਆਂ ਗੱਲਾਂ ਕਰਦਾ ਤੂੰ। ਕਹਿੰਦੇ ਉੱਥੋਂ ਫਿਰ ਤੁਰਿਆ ਦੂਜੇ ਵਾਰਡ 'ਚ ਲੈ ਗਏ, ਉੱਥੇ 13 ਨੰਬਰ ਬੈੱਡ ਮੈਨੂੰ ਮਿਲ ਗਿਆ। ਕਹਿੰਦੇ ਵੇਖੋ ਬਾਬੇ ਨਾਨਕ ਦਾ ਨੰਬਰ 13। ਵੇਖੋ ਜਿਹੜਾ ਭਗਤ ਹੈ ਉੱਥੇ ਹੀ ਤਾਂ ਹਿਸਾਬ ਲਾਉਂਦਾ ਵੀ ਰੱਬ ਹੈ, ਦੁਨੀਆ 'ਚੋਂ ਹੀ ਹਿਸਾਬ ਲਗਾਉਣਾ ਉਹਨੇ ਕਿੱਥੋਂ ਲਾਉਣਾ ਹੈ, ਦੁਨੀਆ 'ਚੋਂ ਹੀ ਵੇਖਣਾ ਹੈ। ਕਹਿੰਦੇ ਆਹ ਵੇਖੋ ਬੈੱਡ ਆ ਗਿਆ। ਕਹਿੰਦੇ ਕੋਈ ਨਹੀਂ, ਇਹ ਤੇ ਹੁਣ ਪਤਾ ਲੱਗੇਗਾ ਜਦੋਂ ਪੁਲਿਸ ਵਾਲੇ ਫੜ ਕੇ ਲੈ ਜਾਣਗੇ, ਹਜੇ ਤੇ ਕੁਝ ਨਹੀਂ, ਇਹ ਤਾਂ ਕਰੀ ਜਾ ਗੱਲਾਂ। ਕਹਿੰਦੇ ਮੈਂ ਥੱਲੇ ਉਤਰਿਆ, ਉਦੋਂ ਕਿਤੇ ਸਰਕਾਰ ਸੀ, ਸਾਡਾ CM ਸੀ ਭਜਨ ਲਾਲ ਹੋਣੀ, ਉਹਨਾਂ ਦੀ ਸਰਕਾਰ, ਉਹਦਾ ਕੋਈ PA ਪਾਏ, ਕੋਈ ਕਿਤੇ ਕਹਿੰਦਾ ਮੈਨੂੰ ਮਿਲਿਆ ਹੋਏਗਾ ਜਾਣਕਾਰ, ਮੈਨੂੰ ਪਤਾ ਵੀ ਨਹੀਂ ਉਹਦਾ। ਉਹ ਦਿਨ ਕਿਤੇ ਹਸਪਤਾਲ 'ਚ ਆਇਆ, ਕਹਿੰਦੇ ਕਿਵੇਂ ਪੱਟੀ ਬੰਨੀ ਹੈ, ਕਹਿੰਦੇ ਐਵੇਂ ਲੜਾਈ ਹੋ ਗਈ ਹੈ ਤੇ ਕਹਿੰਦੇ ਨੇ ਵੀ ਤੈਨੂੰ ਅੰਦਰ ਸੁੱਟ ਦੇਣਾ। ਕਹਿੰਦੇ ਐਸੀ ਕੈਸੀ ਗੱਲ ਹੈ, ਮੈਂ ਹੁਣੇ ਫੋਨ ਕਰਦਾ। ਕਹਿੰਦੇ ਉਹਨੇ ਫੋਨ ਕੀਤਾ, ਸਾਰਾ ਹੀ ਝਗੜਾ ਨਿਬੇੜ ਦਿੱਤਾ। ਸਾਧ ਸੰਗਤ ਗੱਲ ਪ੍ਰੇਮ ਦੀ ਹੈ, ਜਿੱਥੇ ਪ੍ਰੇਮ ਬਣ, ਪਰਮਾਤਮਾ ਨੂੰ ਆਪਣੇ ਆਪ ਭਗਤਾਂ ਦੀ ਲਾਜ ਰੱਖਣੀ ਪੈਂਦੀ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਦੋਂ ਮਨੁੱਖ ਪਰਮਾਤਮਾ ਨੂੰ ਯਾਦ ਕਰ, ਜਹਾਂ ਜਹਾਂ ਕਾਜ ਕੀਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਭੋਜਨ ਵਸਤਰ ਭਲੇ ਪਹੁੰਚਾਵੈ, ਸਰੇਹ ਕਰਹਿ ਕਨ ਕਸ਼ਟ ਮਿਟਾਵੈ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਸੱਜਣੋ, ਉਹਨਾਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਜੇ ਪਰਮਾਤਮਾ ਤੇ ਵਿਸ਼ਵਾਸ ਰੱਖੋਗੇ ਨਾ, ਉਹ ਵਸਤਰ ਵੀ ਦਿੰਦਾ ਹੈ, ਰੋਟੀਆਂ ਵੀ ਦਿੰਦਾ ਹੈ, ਕਹਿੰਦੇ ਘਰ ਵੀ ਦਿੰਦਾ ਹੈ, ਸਾਰਾ ਕੁਝ ਹੀ ਦਿੰਦਾ ਹੈ ਉਹ। ਸਾਚੇ ਸਾਹਿਬਾ ਕਹਿਣਾ ਹੀ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ। ਸਾਧ ਸੰਗਤ ਅੱਗੇ ਨਾ ਇਹ ਸ਼ਬਦ ਤੋਂ ਅੱਗੇ ਮਹਾਰਾਜ ਨੇ ਕਿਹਾ ਹੈ ਵੀ ਤੇਰੇ ਘਰ ਵਿੱਚ ਤੇ ਸਾਰਾ ਕੁਝ ਹੈ, ਫਿਰ ਮਿਲਦਾ ਕਿਹਨੂੰ ਹੈ? ਜਿਸ ਦੇਹ ਸੋ ਪਾਵੇ। ਅੱਗੇ ਗੱਲ ਜਿਹੜੀ ਕਰਦੇ ਨੇ ਉਹ ਸਮਝਣ ਯੋਗ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਹੜੇ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾਉਂਦੇ ਨੇ ਨਾ, ਉਹਦੀ ਸਿਫਤ ਵਸਾਉਂਦੇ ਨੇ, ਪਰਮਾਤਮਾ ਉਹਨਾਂ ਨੂੰ ਸਾਰਾ ਕੁਝ ਦਿੰਦਾ, ਉਹਨਾਂ ਨੂੰ ਹੈ ਜਿਹੜੇ ਸਿਫਤ ਵਸਾਉਂਦੇ ਨੇ। ਹੁਣ ਕੋਈ ਇੱਥੇ ਸਵਾਲ ਚੁੱਕੇ ਅਨਮਤੀਆ ਵੀ ਇਹਦਾ ਮਤਲਬ ਤੇ ਪਰਮਾਤਮਾ ਵੀ ਖੁਦ ਗਰਜ ਹੈ, ਹੋਏਗਾ, ਉਹਦੀ ਮਰਜ਼ੀ ਹੈ, ਉਹ ਜੈਸਾ ਮਰਜ਼ੀ ਹੋਏ। ਹੁਣ ਅਸੀਂ ਪਰਮਾਤਮਾ ਨੂੰ ਥੋੜ੍ਹੀ ਨਾ ਕਹਾਂਗੇ ਤੂੰ ਆਪਣਾ ਸੁਭਾਅ ਬਦਲ, ਭਗਤਾਂ ਨੇ ਮਦਦ ਕਿਉਂ ਕਰਦਾ ਹੈ? ਉਹ ਤੇ ਕਰਦਾ ਹੈ, ਉਹਦਾ ਸ਼ੁਰੂ ਤੋਂ ਹੀ ਸੁਭਾਅ ਹੈ, ਉਹਨੇ ਭਗਤਾਂ ਦੀ ਮਦਦ ਕਰਨੀ ਔਰ ਅੱਜ ਦੀ ਨਹੀਂ ਕਰ ਰਿਹਾ ਉਹ। ਬਾਣੀ 'ਚ ਮਹਾਰਾਜ ਨੇ ਕਿਹਾ ਕਰੋੜਾਂ ਸਾਲ ਹੋ ਗਏ ਨੇ ਪਰਮਾਤਮਾ ਨੂੰ ਭਗਤਾਂ ਦੀ ਮਦਦ ਕਰਦਿਆਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਅੱਜ ਦਾ ਨਹੀਂ ਕਰ ਰਿਹਾ ਉਹ ਸਾਧ ਸੰਗਤ। ਕਿਤੇ ਬੰਦਗੀ ਕਰਨ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ ਕੋਈ ਅੱਜ ਦਾ ਨਹੀਂ ਪਰਮਾਤਮਾ ਮਦਦ ਕਰ ਰਿਹਾ। ਬਾਣੀ ਦੇ ਵਿੱਚ ਮਹਾਰਾਜ ਨੇ ਤੇ ਜੁਗ ਜੁਗ 2 ਵਾਰੀ ਕਹਿ ਦਿੱਤਾ ਹੈ, ਹਰ ਜੁਗ ਜੁਗ। ਹੁਣ ਇੱਕ ਯੁੱਗ ਦੀ ਉਮਰ ਹੀ ਕਹਿੰਦੇ ਕਰੋੜਾਂ ਸਾਲ ਹੈ, ਕਈ ਕਰੋੜਾਂ ਸਾਲ ਇੱਕ ਯੁੱਗ ਦੀ। ਇਹਦਾ ਮਤਲਬ ਤਾਂ ਪਤਾ ਨਹੀਂ ਅਰਬਾਂ ਹੀ ਸਾਲ ਹੋ ਗਏ ਨੇ, ਪਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਭਗਤ ਪੈਦਾ ਕੀਤੇ ਤੇ ਮਦਦ ਕਰ ਰਹੇ ਹੈ। ਔਰ ਸਾਧ ਸੰਗਤ ਇਹ ਵੀ ਨਹੀਂ ਪਤਾ ਕਿੰਨੇ ਕੁ ਦੁਨੀਆ ਤੇ ਗੁਰੂ ਤੇ ਕਿੰਨੇ ਪੀਰ ਪੈਗੰਬਰ ਆਏ ਨੇ, ਅੱਜ ਤੋਂ ਪਹਿਲਾਂ ਕੋਈ ਨਹੀਂ ਪਤਾ। ਜਿਵੇਂ ਮਹਾਤਮਾ ਬੁੱਧ ਦੇ ਨਾ ਕੋਲ ਕੋਈ ਆਇਆ, ਉਹ ਕਹਿੰਦਾ ਹੱਥ ਜੋੜ ਕੇ, ਮਹਾਤਮਾ ਬੁੱਧ ਜੀ ਨਾ ਤੁਹਾਡੇ ਵਰਗਾ ਪਹਿਲਾਂ ਹੋਇਆ ਹੈ, ਨਾ ਹੋਣਾ ਹੈ ਤੇ ਨਾ ਅੱਗੇ ਹੋਵੇਗਾ। ਮਹਾਤਮਾ ਬੁੱਧ ਕਹਿੰਦਾ ਮੈਨੂੰ ਲੱਗਦਾ ਹੈ, ਉਹ ਜਦੋਂ ਕਹਿ ਕੇ ਬਹਿ ਗਿਆ ਨਾ, ਮੈਨੂੰ ਲੱਗਦਾ ਹੈ ਪਿੱਛੇ ਜਿੰਨੇ ਵੀ ਭਗਤ ਹੋਏ ਨੇ ਤੈਨੂੰ ਸਾਰਿਆਂ ਦਾ ਗਿਆਨ ਹੈ। ਕਹਿੰਦਾ ਨਹੀਂ ਜੀ ਐਸਾ ਤੇ ਨਹੀਂ ਹੈ।
ਕਹਿੰਦਾ ਫਿਰ ਜਿਹੜੇ ਅੱਗੇ ਹੋਣਗੇ, ਹੁਣ ਤੇ ਮੈਂ ਆ, ਅੱਗੇ ਹੋਣਗੇ ਤੈਨੂੰ ਉਹਨਾਂ ਦਾ ਗਿਆਨ ਹੈ, ਤੇ ਉਹਨਾਂ ਦਾ ਵੀ ਕੋਈ ਗਿਆਨ ਨਹੀਂ। ਫਿਰ ਜਿਹੜੇ ਹੁਣ ਨੇ ਉਹਨਾਂ ਦਾ ਤੇ ਸਾਰਿਆਂ ਦਾ ਹੀ ਗਿਆਨ ਹੋਏਗਾ। ਕਹਿੰਦੇ ਨਹੀਂ ਮੈਨੂੰ ਉਹਨਾਂ ਦਾ ਵੀ ਗਿਆਨ ਨਹੀਂ ਹੈ। ਕਹਿੰਦਾ ਫਿਰ ਝੂਠ ਕਿਉਂ ਬੋਲਦਾ? ਕਹਿੰਦਾ ਮੇਰੇ ਵਰਗੇ ਪਰਮਾਤਮਾ ਨੇ ਲੱਖਾਂ ਹੀ ਪੈਦਾ ਕੀਤੇ ਨੇ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਮਹਾਰਾਜ ਬਾਣੀ ਪਤਾ ਨਹੀਂ ਕਰੋੜਾਂ ਹੀ, ਕਿੰਨੇ ਦੇਵਤੇ ਕਿੰਨੇ ਦੇਵੀਆਂ, ਪਤਾ ਨਹੀਂ ਕਿੰਨੇ ਆ ਰਹੇ ਨੇ ਬਾਰ ਬਾਰ, ਹਰ ਜੁਗ ਜੁਗ ਭਗਤ ਉਪਾਇਆ। ਮਹਾਤਮਾ ਬੰਦ ਕਹਿੰਦਾ ਕਦੇ ਝੂਠ ਨਹੀਂ ਬੋਲੀਦਾ। ਮੇਰੇ ਵਰਗੇ ਪਰਮਾਤਮਾ ਨੇ ਭਵਿੱਖ 'ਚ ਪਤਾ ਨਹੀਂ ਕਿੰਨੇ ਕੁ ਪੈਦਾ ਕਰਨੇ ਨੇ, ਕਿੰਨੇ ਹੋ ਕੇ ਗਏ ਨੇ, ਔਰ ਕਿੰਨੇ ਅੱਜ ਵੀ ਹੈਗੇ ਨੇ, ਉਹ ਵੱਖਰੀ ਗੱਲ ਹੈ, ਤੈਨੂੰ ਪਤਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਪਰਮਾਤਮਾ ਦੀ ਆਰਾਧਨਾ ਕਰਦੇ ਨੇ, ਪਰਮਾਤਮਾ ਉਹਨਾਂ ਨੂੰ ਸਾਰੀ ਤਰਫ ਤੋਂ ਸੁੱਖ ਦਿੰਦਾ ਹੈ, ਔਰ ਅੰਤ ਦੇ ਵਿੱਚ ਮੁਕਤੀ ਦੀ ਦਾਤ ਵੀ ਦੇ ਦਿੰਦਾ ਹੈ। ਵਿਸ਼ਨ ਦਾਸ ਮਾਨਕ ਚੰਦ ਪੂਰੋ, ਸੁਨ ਗੁਰ ਕੋ ਉਪਦੇਸ਼ਨ ਰੂਰੋ। ਭਾਈ ਵਿਸ਼ਨ ਦਾਸ ਤੇ ਮਾਨਕ ਚੰਦ, ਇਹ ਉਪਦੇਸ਼ ਗੁਰੂ ਜੀ ਨੇ ਦੋਵਾਂ ਸਿੱਖਾਂ ਨੂੰ ਦਿੱਤਾ ਹੈ। ਕਹਿੰਦੇ ਦੋਵਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਦਾ ਇਹ ਪਾਵਨ ਉਪਦੇਸ਼ ਸੁਣਿਆ ਤੇ ਆਪਣੀ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਕਰਿਓ ਕਮਾਵਣ ਨੀਕੇ ਮਾਨ, ਅੰਤ ਕਾਲ ਪ੍ਰਾਪਤ ਕਲਿਆਣ। ਦੋਵਾਂ ਨੇ ਗੁਰੂ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਚੰਗਾ ਸਮਝਿਆ ਤੇ ਜਿਵੇਂ ਮੰਨਣਾ ਸ਼ੁਰੂ ਕੀਤਾ ਹੈ ਵੀ ਪਰਮਾਤਮਾ ਦੀ ਬੰਦਗੀ ਕਰੋ, ਕਹਿੰਦੇ ਅੰਤ ਦੇ ਸਮੇਂ ਉਹਨਾਂ ਨੂੰ ਕਲਿਆਣ ਪ੍ਰਾਪਤ ਹੋਇਆ ਹੈ, ਮੁਕਤੀ ਦੀ ਪ੍ਰਾਪਤੀ ਹੋਈ ਹੈ। ਸਿੱਖ ਪਦਾਰਥ ਤਾਰੂ ਭਾਰੂ, ਤਿੰਨੋਂ ਚੱਲ ਆਏ ਗੁਰਦੁਆਰੂ। ਹੁਣ ਮਹਾਰਾਜ ਜੀ ਦੇ ਕੋਲ 3 ਸਿੱਖ ਹੋਰ ਆਏ ਨੇ, ਭਾਈ ਪਦਾਰਥ, ਭਾਈ ਤਾਰੂ ਤੇ ਭਾਈ ਭਾਰੂ। ਇਹ 3 ਜਣੇ ਵੀ ਗੁਰੂ ਜੀ ਦੇ ਕੋਲ ਉਪਦੇਸ਼ ਲੈਣ ਲਈ ਆਏ ਹਨ। ਆਗੇ ਲੱਗਿਓ ਬੜ ਦੀਵਾਨ, ਕਥਾ ਕੀਰਤਨ ਹੋਤ ਮਹਾਨ। ਉਹ ਗੁਰੂ ਜੀ ਦੇ ਦਰਬਾਰ ਵਿੱਚ ਆਏ, ਅੱਗੇ ਵੱਡਾ ਦਰਬਾਰ ਲੱਗਿਆ ਹੋਇਆ ਸੀ, ਸਾਰੀ ਸੰਗਤ ਬੈਠ ਕੇ ਸੁਣ ਰਹੀ ਸੀ। ਕਿ ਸਾਧ ਸੰਗਤ ਇੱਕ ਹੋਰ ਵੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਦੇ ਹਾਂ। ਕਈ ਵਾਰੀ ਸਾਨੂੰ ਇਵੇਂ ਲੱਗਦਾ ਜਿਹੜੀ ਮੁਕਤੀ ਹੈ, ਇਹ ਮੁਕਤੀ ਤੇ ਕਿਤੇ ਐਵੇਂ ਹੈ ਵੀ ਮਨੁੱਖ ਨੂੰ ਸਰੀਰ ਛੱਡਣਾ ਪਏਗਾ, ਘਰ ਛੱਡਣਾ ਪਏਗਾ ਫਿਰ ਹੀ ਮਿਲੇਗੀ। ਐਸਾ ਨਹੀਂ ਹੈ। ਜਿਵੇਂ ਇੱਕ ਮਛਲੀ ਕਹੇ ਮੈਂ ਸਮੁੰਦਰ ਛੱਡ ਕੇ ਤੇ ਸਮੁੰਦਰ ਨੂੰ ਵੇਖਣਾ ਹੈ, ਮਛਲੀ ਛੱਡੇਗੀ ਤੇ ਮਰ ਜਾਏਗੀ। ਸਵੇਰੇ ਵੀ ਮੈਂ ਬੇਨਤੀ ਕੀਤੀ ਸਾਧ ਸੰਗਤ, ਦੁਨੀਆ ਛੱਡ ਕੇ ਵੀ ਨਹੀਂ ਛੱਡੀ ਜਾ ਸਕਦੀ, ਦੁਨੀਆ ਛੱਡ ਕੇ ਵੀ ਨਹੀਂ ਛੱਡੀ ਜਾ ਸਕਦੀ। ਮੰਨ ਲਓ ਇੱਥੋਂ ਛੱਡ ਜਾਵਾਂਗੇ, ਇੱਥੋਂ ਛੱਡ ਜਾਵਾਂਗੇ, ਜਾਵਾਂਗੇ ਸਮੇਰ ਪਰਬਤ, ਹੈ ਤੇ ਉੱਥੇ ਵੀ ਦੁਨੀਆ ਹੀ ਹੈ ਤੇ ਉੱਥੇ ਵੀ ਧਰਤੀ ਹੈ। ਮਨੁੱਖ ਨੇ ਦੁਨੀਆ ਨਹੀਂ ਛੱਡਣੀ ਹੈ। ਸਰੀਰ ਕਰਕੇ ਮਨੁੱਖ ਦੇ ਨਾਲ ਝਗੜੇ ਨਹੀਂ ਹਨ, ਇਹਦੇ ਮਨ ਦੇ ਵਿੱਚ ਝਗੜੇ ਨੇ। ਜੋ ਕੁਝ ਵੀ ਹੈ, ਜਿੰਨੇ ਸੰਸਕਾਰ ਨੇ ਇਹਦੇ ਮਨ ਵਿੱਚ ਨੇ। ਔਰ ਕੱਲ ਵੀ ਬੇਨਤੀ ਕੀਤੀ, ਕਲਯੁਗ ਕਿਤੇ ਬਾਹਰ ਨਹੀਂ ਹੈ, ਮਨਾਂ ਦੇ ਵਿੱਚ ਹੈ ਕਲਯੁਗ। ਬਾਹਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਇਹੀ ਸਤਯੁਗ ਵਿੱਚ ਸੀ, ਇਹੀ ਦੁਆਪਰ ਵਿੱਚ, ਇਹੀ ਤ੍ਰੇਤੇ ਵਿੱਚ, ਇਹੀ ਤੇ ਤਾਰੇ ਨੇ, ਇਹੀ ਚੰਦਰਮਾ ਉਦੋਂ ਦਾ ਹੀ ਚੱਲਿਆ ਆਉਂਦਾ ਹੈ। ਮਨੁੱਖ ਦੀ ਮਾਨਸਿਕਤਾ ਬਦਲ ਗਈ, ਕਲਯੁਗ ਮਨੁੱਖਾਂ ਦੇ ਮਨਾਂ ਵਿੱਚ ਹੈ। ਬਸ ਮਨੁੱਖ ਨੇ ਰਹਿਣਾ ਤੇ ਸਾਗਰ ਦੇ ਵਿੱਚ ਹੀ ਹੈ। ਜਿਵੇਂ ਮਹਾਰਾਜ ਨੂੰ ਭਵ ਸਾਗਰ ਕਹਿੰਦੇ ਨੇ, ਭਵ ਸਾਗਰ ਦਾ ਮਤਲਬ ਇੱਥੇ ਸਾਗਰ ਨਹੀਂ, ਮਨ ਦੇ ਵਿੱਚ ਸਾਗਰ ਹੈ ਮਨੁੱਖ ਦੇ। ਜਿਵੇਂ ਮਨੁੱਖ ਨਦੀ ਦੇ ਵਿੱਚ ਜਾਏ, ਰਹਿਣਾ ਤੇ ਨਦੀ ਦੇ ਵਿੱਚ ਹੀ ਹੈ, ਪਰ ਕਿਸ਼ਤੀ ਬਣਾ ਲੈਣੀ ਹੈ, ਕਿਸ਼ਤੀ ਵਿੱਚ ਬਹਿ ਕੇ ਪਾਰ ਹੋ ਜਾਣਾ, ਬਸ ਆਹ ਗੱਲ ਹੈ। ਗੁਰੂ ਦਾ ਦੱਸਿਆ ਹੋਇਆ ਨਾਮ ਤੇ ਉਪਦੇਸ਼ ਕਿਸ਼ਤੀ ਹੁੰਦੇ ਨੇ, ਬਸ ਉਹ ਕਿਸ਼ਤੀ ਵਿੱਚ ਬਹਿ ਜਾਣਾ ਹੈ। ਰਹਿਣਾ ਵੀ ਪਾਣੀ ਦੇ ਵਿੱਚ ਹੈ ਤੇ ਪਾਣੀ ਲੱਗਣ ਵੀ ਨਹੀਂ ਦੇਣਾ, ਇਹਨੂੰ ਕਹਿੰਦੇ ਨੇ, ਇਹ ਕਹਿੰਦੇ ਨੇ ਮੁਕਤੀ। ਰਹਿਣਾ ਵੀ ਪਰਿਵਾਰ ਵਿੱਚ ਹੈ, ਰਹਿਣਾ ਵੀ ਦੁਨੀਆ ਵਿੱਚ ਹੈ। ਮਹਾਰਾਜ ਕਹਿੰਦੇ ਨੇ ਯਾਦ ਰੱਖਣੀ, ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਧਾ। ਠੀਕ ਹੈ, ਜੇ ਗ੍ਰਹਿ ਤੇ ਰਾਜ ਦੇ ਵਿੱਚ ਨਰਕ ਹੈ, ਪਰ ਜਿਹੜੇ ਉਦਾਸੀ ਹੋ ਜਾਂਦੇ ਨੇ ਉਹ ਕਰੋਧੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ। ਫਿਰ ਉਹ ਆਪਣੇ ਸਰੀਰ ਨੂੰ ਧੱਕੇ ਨਾਲ ਡੱਕਣਾ ਸ਼ੁਰੂ ਕਰਦੇ ਨੇ, ਔਰ ਪ੍ਰਮਾਤਮਾ ਦੀ ਪ੍ਰਕਿਰਤੀ ਦੇ ਉਲਟ ਚੱਲਦੇ ਨੇ। ਪਰਮਾਤਮਾ ਨੇ ਜੋ ਚੀਜ਼ਾਂ ਇਸ ਸਰੀਰ 'ਚ ਪੈਦਾ ਕੀਤੀਆਂ ਨੇ, ਉਹਨਾਂ ਚੀਜ਼ਾਂ ਨੂੰ ਡੱਕਿਆ ਨਹੀਂ ਜਾ ਸਕਦਾ, ਉਹਨਾਂ ਚੀਜ਼ਾਂ ਨੂੰ ਸਮਝਿਆ ਜਾ ਸਕਦਾ ਹੈ। ਉਹ ਸਮਝ ਮਨੁੱਖ ਦੀ ਆਉਂਦੀ ਹੈ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ। ਸੁਣ ਗੁਰ ਬਚਨ ਭਇਓ ਔਰ ਤਰਾਸ, ਹਾਥ ਜੋੜ ਕੀਨੀ ਅਰਦਾਸ।
ਜਦੋਂ ਸੱਚੇ ਪਾਤਸ਼ਾਹ ਦੀ ਅੱਗੇ ਉਹ ਦੋਵੇਂ ਆਏ ਨੇ, ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਤੇ ਡਰ ਰਹੇ ਹਨ। ਹਮ ਕੁਟੰਬ ਮਹਿ ਅਧਿਕ ਲਪੇਟੇ, ਪੜਨ ਸੁਨਨ ਗੁਰ ਸ਼ਬਦ ਨ ਭੇਟੇ। ਕਹਿੰਦੇ ਮਹਾਰਾਜ ਅਸੀਂ ਤੇ ਕੁਟੰਬ ਵਿੱਚ ਬੜੇ ਲਿਪਟੇ ਹੋਏ ਆ, ਸਾਰਾ ਦਿਨ ਹੀ ਪਰਿਵਾਰ ਦੇ ਧੰਦਿਆਂ ਵਿੱਚ ਲੱਗੇ ਰਹਿੰਦੇ ਆ, ਕਦੇ ਪੜਨ ਨੂੰ ਨਹੀਂ ਮਿਲਿਆ, ਕੁਝ ਸੁਣਨ ਨੂੰ ਨਹੀਂ ਮਿਲਿਆ, ਕਦੇ ਕੋਈ ਬੰਦਗੀ ਨਹੀਂ ਕੀਤੀ, ਸ਼ਬਦ ਜਾਪ ਨਹੀਂ ਕੀਤਾ, ਸਾਡਾ ਭਲਾ ਕਿਵੇਂ ਹੋ ਸਕਦਾ ਹੈ। ਸਤ ਸੰਗਤ ਹੋ ਨਹਿ ਕਿਸ ਬਾਰ, ਗੁਰ ਜੀ ਕਿਮ ਹੋਏ ਹਮੋ ਉਧਾਰ। ਅਸੀਂ ਕਹਿੰਦੇ ਸਤ ਸੰਗਤ ਵੀ ਕਦੀ ਨਹੀਂ ਕਰਦੇ, ਫਿਰ ਸਾਨੂੰ ਇਹ ਦੱਸਣਾ ਕਰੋ ਸਾਡਾ ਉਧਾਰ ਕਿਵੇਂ ਹੋਏਗਾ। ਆਏ ਪਰੇ ਅਬ ਸ਼ਰਨ ਤੁਮਾਰੀ, ਕਰਹੁ ਆਪ ਕਲਿਆਣ ਹਮਾਰੀ। ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆ ਗਏ ਆ, ਹੁਣ ਤੁਸੀਂ ਸਾਨੂੰ ਸਿੱਧੇ ਮਾਰਗ ਪਾਓ, ਕਲਿਆਣਤਾ ਦਾ ਮਾਰਗ ਦੱਸੋ। ਰਾਮਦਾਸ ਗੁਰ ਗਿਰਾ ਬਖਾਨੀ, ਵਾਹਿਗੁਰੂ ਸਿਰਜੇ ਜੇ ਪ੍ਰਾਨੀ। ਮਹਾਰਾਜ ਜੀ ਕਹਿੰਦੇ ਨੇ ਭਾਈ ਸੁਣੋ, ਪਰਮਾਤਮਾ ਨੇ ਜਿਨ੍ਹਾਂ ਵੀ ਪ੍ਰਾਣੀਆਂ ਨੂੰ, ਉਸ ਵਾਹਿਗੁਰੂ ਨੇ ਜਿਹੜੇ ਵੀ ਪ੍ਰਾਣੀ ਪੈਦਾ ਕੀਤੇ ਹਨ, ਪੂਰਬ ਸਭ ਹਿਤ ਕਰਿਓ ਆਹਾਰ, ਜਾਂ ਤੇ ਤੁਮ ਬੈਠੋ ਗੁਰਦੁਆਰ। ਕਹਿੰਦੇ ਜੇ ਤੁਸੀਂ ਇਵੇਂ ਹੀ ਸੋਚਦੇ ਹੋ ਵੀ ਘਰ ਵਿੱਚ ਰਹਿੰਦੇ ਆ, ਕਹਿੰਦੇ ਫਿਰ ਇੱਕ ਗੱਲ ਯਾਦ ਰੱਖੋ, ਜਿੰਨੇ ਵੀ ਪ੍ਰਾਣੀ ਪਰਮਾਤਮਾ ਨੇ ਦੁਨੀਆ ਤੇ ਭੇਜੇ ਨੇ ਨਾ, ਉਹਨਾਂ ਦੇ ਆਉਣ ਤੋਂ ਪਹਿਲਾਂ ਰੋਟੀ ਪਹਿਲਾਂ ਹੀ ਭੇਜ ਦਿੱਤੀ ਹੈ। ਸਾਧ ਸੰਗਤ ਦੀ ਗੱਲ ਯਾਦ ਰੱਖਣਾ, ਕਈ ਥਾਵਾਂ ਤੇ ਅਸੀਂ ਜਾਂਦੇ ਆ, ਛੋਟੇ ਹੁੰਦਿਆਂ ਗਏ ਹੋਵਾਂਗੇ, ਸਾਨੂੰ ਨਹੀਂ ਪਤਾ ਉਹਨਾਂ ਥਾਵਾਂ ਤੇ ਵੱਡੇ ਹੋ ਕੇ ਵੀ ਆਵਾਂਗੇ। ਦੇਖੋ ਉੱਥੇ ਜਾਣਾ ਹੁੰਦਾ, ਕੋਈ ਮੂੰਗਫਲੀ ਦੀ ਰੇਹੜੀ ਲਾ ਕੇ ਖਲੋਤਾ ਹੈ, ਆਪ ਜੀ ਨੇ ਜਾਣਾ ਹੈ, ਉੱਥੋਂ ਲੈਣੀ ਹੈ, ਉਹਨੂੰ 20 ਰੁਪਏ ਦੇਣੇ ਨੇ, ਉਹਦਾ ਘਰ ਚੱਲਣਾ ਹੈ, ਕਿਹੜੇ ਕਿਹੜੇ ਲੋਕਾਂ ਨੇ ਜਾਣਾ ਹੈ, ਕਿਵੇਂ ਕਿਵੇਂ ਸੰਬੰਧ ਬਣੇ ਨੇ, ਕੋਈ ਪਤਾ ਨਹੀਂ। ਕਈ ਵਾਰੀ ਜਾ ਰਹੇ ਹਾਂ, ਗੱਡੀ ਜਾ ਰਹੀ ਹੈ, ਕਿਤੇ ਪੈਂਚਰ ਹੋ ਗਈ, ਉੱਥੇ ਹੀ ਦੁਕਾਨ ਹੈ, ਪਤਾ ਵੀ ਨਹੀਂ ਸੀ ਕਦੀ ਇੱਥੇ ਖਲੋਵਾਂਗੇ, ਉੱਥੇ ਪੈਂਚਰ ਲਵਾਉਣਾ ਹੈ, ਉਹ ਪੈਸੇ ਉਹਨੂੰ ਦੇਣੇ ਨੇ। ਐਵੇਂ ਪਰਮਾਤਮਾ ਨੇ ਸਾਰਿਆਂ ਦਾ ਕਿਤੇ ਨਾ ਕਿਤੇ ਰਿਜ਼ਕ ਬਣਾਇਆ ਹੋਇਆ, ਬਣਾ ਉਹੀ ਰਿਹਾ ਆਪਣੇ ਆਪ। ਇਸ ਕਰਕੇ ਕਹਿੰਦੇ ਨੇ ਵੀ ਜੋ ਕੁਝ ਵੀ ਤੇਰੇ ਕੋਲ ਹੈ ਉਹਨੂੰ ਖਿੱਚ ਕੇ ਨਾ ਰੱਖ, ਆਪਣੇ ਮਨ ਨੂੰ ਖੋਲ ਦੇ, ਕਿਉਂਕਿ ਜੋ ਕੁਝ ਵੀ ਆਇਆ ਹੈ ਇਹ ਜਾਂਦਾ ਵੀ ਹੈ, ਕੋਈ ਪਤਾ ਨਹੀਂ ਲੱਗਦਾ। ਜੇ ਮਨੁੱਖ ਘੁੱਟ ਕੇ ਵੀ ਰੱਖਣਾ ਚਾਹੇ ਨਾ, ਜੋ ਕੁਝ ਇਹਦੇ ਕੋਲ ਪਦਾਰਥ ਨੇ, ਜੇ ਆਪਣੇ ਕਬਜ਼ੇ 'ਚ ਵੀ ਰੱਖਣਾ ਚਾਹੇ ਤਾਂ ਵੀ ਨਹੀਂ ਰਹਿ ਸਕਦੇ। ਜੇ ਉਹਨੇ ਖੋਣੇ ਨੇ, ਜੇ ਲੈ ਜਾਣੇ ਨੇ ਤਾਂ ਵੀ ਨਹੀਂ ਰਹਿ ਸਕਦੇ। ਜੇ ਉਹਨੇ ਦੇਣੇ ਨੇ, ਮੈਂ ਬੜੀ ਵਾਰੀ ਕਿਹਾ ਭਾਵੇਂ ਰੜੇ ਮੈਦਾਨ ਤੇ ਬਹਿ ਜਾਏ, ਉੱਥੇ ਹੀ ਸਭ ਕੁਝ ਦੇ ਦੇਗਾ, ਉੱਥੇ ਹੀ ਦੇ ਦੇਗਾ ਸਭ, ਜੇ ਉਹਨੇ ਦੇਣੇ ਨੇ। ਜੇ ਮਨੁੱਖ ਦੀ ਪ੍ਰਾਲਬਧ ਦੇ ਵਿੱਚ ਕੁਝ ਹੈ, ਜੇ ਪਰਮਾਤਮਾ ਨੇ ਦੀ ਪ੍ਰਾਲਬਧ ਦੇ ਵਿੱਚ ਸੁੱਖ ਲਿਖੇ ਨੇ, ਮਹਾਰਾਜ ਕਹਿੰਦੇ ਸਾਰੀ ਦੁਨੀਆ ਕਹੀ ਜਾਏ ਉਹਦੇ ਨਾਲ ਨਾ ਲੱਗੋ, ਸਾਰੀ ਦੁਨੀਆ ਉਹਦੀ ਨਿੰਦਾ ਕਰੀ ਜਾਏ, ਪਰ ਮਹਾਰਾਜ ਕਹਿੰਦੇ ਨੇ ਸਾਰੀ ਦੁਨੀਆ ਨਿੰਦਾ ਵੀ ਕਰੇ ਤਾਂ ਵੀ ਉਹਨੇ ਦੇ ਦੇਣੇ ਨੇ। ਕਰਮ ਮਿਲੈ ਨਾਹੀ ਠਾਕ ਰਹਾਈਆ, ਗੁਰੂ ਰਾਮਦਾਸ ਜੀ ਕਹਿੰਦੇ ਉਹਦੀ ਜਿਹੜੀ ਬਖਸ਼ਿਸ਼ ਉਹਨੂੰ ਮਿਲਣੀ ਹੈ, ਕੋਈ ਵਿੱਚ ਰੁਕਾਵਟ ਪਾ ਹੀ ਨਹੀਂ ਸਕਦਾ। ਲੋਕੀ ਜ਼ੋਰ ਲਗਾ ਸਕਦੇ ਨੇ ਵਿਅਰਥ ਦਾ ਜ਼ੋਰ, ਨਿੰਦਾ ਚੁਗਲੀ ਕਰ ਸਕਦੇ ਨੇ, ਪਰ ਜੋ ਕਿਸੇ ਦੀ ਪ੍ਰਾਲਬਧ 'ਚ ਪਰਮਾਤਮਾ ਨੇ ਲਿਖ ਦਿੱਤਾ ਹੈ, ਜੇ ਉਹਦੀ ਪ੍ਰਾਲਬਧ 'ਚ ਰਾਜ ਲਿਖ ਦਿੱਤਾ, ਰਾਜ ਉਹਨੂੰ ਮਿਲਣਾ ਹੀ ਮਿਲਣਾ। ਸਾਧ ਸੰਗਤ ਭਾਵੇਂ ਦੁਨੀਆ ਜਿੰਨਾ ਮਰਜ਼ੀ ਰੋਜ਼ ਲਗਾਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿੰਨੇ ਪ੍ਰਾਣੀ ਪਰਮਾਤਮਾ ਨੇ ਪੈਦਾ ਕੀਤੇ ਨੇ, ਤਾਂ ਹੀ ਕਹਿੰਦੇ ਨੇ ਮਹਾਰਾਜ ਕੇ ਨਾਨਕ ਚਿੰਤਾ ਮਤ ਕਰੋ, ਇਹ ਚਿੰਤਾ ਛੱਡ ਦੇ, ਕਹਿੰਦੇ ਚਿੰਤਾ ਤੇ ਸਹੀ ਹੈ। ਜਿਵੇਂ ਜਿਵੇਂ ਮਨੁੱਖ ਕਹਿੰਦਾ ਮੇਰੇ ਤੋਂ ਬੜੀਆਂ ਗਲਤੀਆਂ ਹੋਈਆਂ ਨੇ, ਭਾਈ ਤੇਰੇ ਕਰਮਾਂ ਨੇ ਕਰਾ ਦਿੱਤੀਆਂ ਨੇ, ਹੋਈਆਂ ਕਾਹਦੀਆਂ ਨੇ? ਜੇ ਤੈਨੂੰ ਇਹ ਪਤਾ ਲੱਗਿਆ ਹੋਈਆਂ ਨੇ, ਇਹ ਹੋਈਆਂ ਨਹੀਂ, ਉਹਨੇ ਤੇਰੇ ਕਰਮ ਨੇ ਉਹਨਾਂ ਕਰਾ ਦਿੱਤੀਆਂ ਨੇ, ਅੱਗੇ ਠੀਕ ਹੋ ਜਾਣਗੀਆਂ। ਹਜੇ ਕਿਹੜਾ ਜ਼ਿੰਦਗੀ ਖਤਮ ਹੋ ਗਈ ਹੈ, ਹੁੰਦੀਆਂ ਵੀ ਨੇ, ਠੀਕ ਵੀ ਹੁੰਦੀਆਂ ਨੇ। ਇਹ ਮਤ ਜਾਣਨਾ, ਮਨੁੱਖ ਕਹਿ ਦਿੰਦਾ ਹੈ ਮੈਂ ਜਦੋਂ ਨਾ ਕਰਦਾ ਅੱਜ ਉੱਥੇ ਹੋਣਾ ਸੀ, ਨਹੀਂ ਸੀ ਹੋਣਾ, ਉਹਨੇ ਐਵੇਂ ਕਰਨਾ ਸੀ। ਤੂੰ ਉਹਦੀ ਪ੍ਰਕਿਰਤੀ ਤੋਂ ਬਾਹਰ ਨਹੀਂ ਚੱਲ ਸਕਦਾ, ਉਹਦੀ ਪ੍ਰਕਿਰਤੀ ਦੇ ਅੰਡਰ ਹੀ ਚੱਲਣਾ ਪਏਗਾ। ਐ ਤੇ ਮਨੁੱਖ ਕਹਿ ਦਿੰਦਾ ਹੈ, ਮਹਾਰਾਜ ਬਾਣੀ ਜੀ ਕਹਿੰਦੇ ਨੇ ਯਤਨ ਤੇ ਮਨੁੱਖ ਕਰਦਾ ਉਹਦੇ ਉਲਟ ਚੱਲਣ ਦਾ, ਚੱਲ ਨਹੀਂ ਸਕਦਾ। ਪਰ ਮਤਾ ਕਰੇ ਪੱਛਮ ਕੇ ਤਾਹੀਂ ਪੂਰਬ ਹੀ ਲੈ ਜਾ, ਸੋਚਦਾ ਪੱਛੋਂ ਨੂੰ ਜਾਵਾਂਗੇ, ਪਹਿਲੇ ਦਿਨ ਤਿਆਰ ਹੁੰਦਾ, ਸਵੇਰੇ ਰਾਤ ਨੂੰ ਤਿਆਰੀ ਕੀਤੀ, ਫਲਾਣੀ ਥਾਂ ਜਾਣਾ ਹੈ, ਸਵੇਰੇ ਕੋਈ ਕੰਮ ਐਸਾ ਪੈਂਦਾ ਸਾਰਾ ਉੱਥੋਂ ਫਿਰ ਕੀ ਦੂਜੀ ਥਾਂ ਚੱਲ ਪੈਂਦਾ। ਕੋਈ ਮਨੁੱਖ ਦੀ ਦ੍ਰਿੜ ਨਿਸ਼ਚਾ ਨਹੀਂ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ
ਰਿਜ਼ਕ ਦੀ ਚਿੰਤਾ ਤੇ ਮਨੁੱਖ ਕਦੀ ਨਾ ਕਰੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਤੇ ਪੰਛੀਆਂ ਤੋਂ ਬਲਿਹਾਰੇ ਜਾਣਾ, ਉਹਨਾਂ ਕੋਲ ਭੜੋਲੇ ਵੀ ਨਹੀਂ, ਉਹਨਾਂ ਕੋਲ ਅੱਗ ਵੀ ਨਹੀਂ, ਤੇ ਰੋਟੀ ਖਾਂਦੇ ਫਿਰਦੇ ਨੇ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਕਹਿੰਦੇ ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰੀ ਹਾਂ। ਸਵੇਰੇ ਰਾਤ ਨੂੰ ਆਪਣੇ ਇਹ ਨਹੀਂ ਵੀ ਉਹਨਾਂ ਨੂੰ ਜੇ ਦਾਣੇ ਮਿਲ ਜਾਣ, ਕਦੀ ਵੇਖਿਓ ਤੁਹਾਨੂੰ ਪੰਛੀਆਂ ਦੇ ਆਲਣਿਆਂ ਦੇ ਵਿੱਚ ਇਹ ਨਹੀਂ ਵੀ ਦਾਣੇ ਵਾਧੂ ਪਏ ਨੇ ਇਕੱਠੇ ਕਰ ਲਓ, ਕਦੀ ਵੇਖ ਲਿਓ। ਉਹ ਵੇਖਿਆ ਉਹਨੇ ਉਨੇ ਕੁ ਖਾ ਕੇ ਜਾਂ ਜਾ ਕੇ ਬਹਿ ਗਈ, ਇਕੱਠੇ ਨਹੀਂ ਕੀਤੇ ਵੀ ਇਕੱਠੇ ਕਰ ਲਓ ਕੱਲ ਨੂੰ ਖਾਵਾਂਗੇ, ਐਸਾ ਨਹੀਂ ਹੈ। ਪੰਛੀਆਂ ਨੂੰ ਸਾਧ ਸੰਗਤ ਆਸ ਪਰਮਾਤਮਾ ਦੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਮਨੁੱਖਾ ਪੰਛੀਆਂ ਤੋਂ ਸਿੱਖ ਲੈ, ਉਹ ਰੱਬ ਦੀ ਆਸ ਤੇ ਬੈਠੇ ਨੇ, ਤੂੰ ਰੱਬ ਦੀ ਆਸ ਕਿਉਂ ਨਹੀਂ ਰੱਖਦਾ। ਧਰ ਜੀੜੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਤੂੰ ਨਾ ਪਰਮਾਤਮਾ ਤੇ ਆਪਣੀ ਵਿਸ਼ਵਾਸ ਰੱਖ, ਉਹਦੇ ਤੇ ਵਿਸ਼ਵਾਸ ਰੱਖ, ਰੋਟੀ ਉਹਨੇ ਸਾਰਿਆਂ ਨੂੰ ਹੀ ਬਣਾਈ ਹੋਈ ਹੈ। ਧੁਰੋ ਸਿਦਕ ਔਰ ਡੋਲੋ ਨਾਹੀ, ਸਿਮਰੋ ਵਾਹਿਗੁਰੂ ਮਨ ਮਾਹੀ। ਆਪਣੇ ਹਿਰਦੇ ਵਿੱਚ ਸਿਦਕ ਰੱਖੋ, ਡੋਲੋ ਨਾ। ਪਰਮਾਤਮਾ ਦੇ ਉੱਤੇ ਸਿਦਕ ਰੱਖੋ, ਵਿਸ਼ਵਾਸ ਰੱਖੋ। ਸਾਧ ਸੰਗਤ ਜਿਹਨੇ ਏਡੀ ਦੁਨੀਆ ਬਣਾਈ ਹੈ, ਆ ਸੂਰਜ ਚੰਦਰਮਾ ਚੱਲ ਰਹੇ ਨੇ, ਜੇ ਇੱਕ ਸੈਕਿੰਡ ਵੀ ਲੇਟ ਹੋ ਜਾਣ ਇਹ ਸਾਰਾ ਯੂਨੀਵਰਸ ਹੀ ਕਰੈਸ਼ ਹੋ ਜਾਏਗਾ। ਬਾਕੀ ਤਾਂ ਗੱਲਾਂ ਹੀ ਦੂਰ ਨੇ। ਅਸੀਂ ਤੇ ਕਿਹਦੇ ਜਾਏ ਆ, ਇੱਕ ਇੱਕ ਛੋਟੇ ਛੋਟੇ ਘਰਾਂ ਦੇ ਮਾਲਕ ਆ। ਐਡਾ ਵੱਡਾ ਬ੍ਰਹਮੰਡ ਚੱਲ ਰਿਹਾ, ਐਡਾ ਵੱਡਾ ਸੂਰਜ ਹੈ, ਚੰਦਰਮਾ ਹੈ। ਜੇ ਕਿਤੇ ਪਰਮਾਤਮਾ ਇਹਨਾਂ ਦੇ ਵਿੱਚ ਇੱਕ ਸੈਕਿੰਡ ਦਾ ਹੇਰ ਫੇਰ ਹੋ ਜਾਏ ਨਾ, ਇਹ ਸਾਰੇ ਹੀ ਆਪਸ 'ਚ ਟਕਰਾ ਜਾਣੇ। ਸਾਰੇ ਕਿੱਥੇ ਰਹਿ ਜਾਣਗੀਆਂ ਜ਼ਮੀਨਾਂ, ਕਿਤੇ ਕੁਛ ਨਹੀਂ ਰਹਿਣਾ। ਇਸ ਕਰਕੇ ਕਹਿੰਦੇ ਨੇ ਜਿਹੜਾ ਇਹਨਾਂ ਨੂੰ ਚਲਾ ਰਿਹਾ ਹੈ, ਇਹਨਾਂ ਨੂੰ ਚਲਾਉਂਦਾ ਇੰਨੇ ਪੰਛੀ ਨੇ। ਚਲੋ ਅਸੀਂ ਤੇ ਮਨੁੱਖਾ ਜਿਉਂ ਨਹੀਂ ਚਿੰਤਾ ਕਰਦੀ ਹੈ, 83,999 ਜੁਨੀਆਂ ਹੋਰ ਵੀ ਤੇ ਨੇ, ਉਹ ਕਿਵੇਂ ਖਾ ਰਹੀਆਂ ਨੇ। ਉਹਨਾਂ ਕੋਈ ਦੁਕਾਨਾਂ ਵੀ ਨਹੀਂ ਬਣਾਈਆਂ, ਉਹਨਾਂ ਨੇ ਕੋਈ ਖੇਤੀ ਵੀ ਨਹੀਂ ਕਰਦੇ। ਕਦੀ ਹਾਥੀਆਂ ਨੂੰ ਖੇਤੀ ਕਰਦੇ ਵੇਖਿਆ? ਕਿਤੇ ਕਿਤੇ ਖਰਗੋਸ਼ ਖੇਤੀ ਕਰਦੇ ਨੇ, ਸੱਪਾਂ ਨੇ ਖੇਤੀ ਕੀਤੀ ਕਦੇ? ਨਹੀਂ ਕਰਦੇ। ਉਹ ਵੀ ਤੇ ਪਲ ਰਹੇ ਨੇ। ਕੈਸੀ ਉਹਨੇ ਕ੍ਰਿਸ਼ਮਾ ਬਣਾਇਆ। ਕਈ ਵਾਰੀ ਐਸਾ ਹੁੰਦਾ ਸਾਧ ਸੰਗਤ, ਉਧਰੋਂ ਸੱਪ ਨਿਕਲਦਾ, ਉਧਰੋਂ ਚੂਹਾ ਆ ਜਾਂਦਾ, ਉਦੋਂ ਹੀ ਆਉਣਾ ਦੋਵਾਂ ਦਾ ਸੰਯੋਗ, ਉਹਨੂੰ ਫੜ ਕੇ ਖਾ ਜਾਂਦਾ। ਮਹਾਰਾਜ ਕੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। 83,999 ਜੁਨੀਆਂ ਹੋਰ ਨੇ ਧਰਤੀ ਤੇ, ਕਦੇ ਚਿੰਤਾ ਨਹੀਂ ਕੀਤੀ ਉਹਨਾਂ। ਕਦੇ ਡਿਪਰੈਸ਼ਨ ਦੇ ਨਾਲ ਕਦੀ ਵੇਖਿਆ ਹੋਏ ਕੋਈ ਖਰਗੋਸ਼ ਲੰਮਾ ਪਿਆ ਹੋਵੇ, ਮੈਨੂੰ ਚਿੰਤਾ ਬੜੀ ਹੈ। ਉਹਨੂੰ ਪਤਾ ਚਿੰਤਾ ਕਾਹਦੀ ਕਰਨੀ ਹੈ, ਰੱਬ ਤੇ ਚਿੰਤਾ ਰੱਖ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ ਰਿਜ਼ਕ ਸਭ ਨੂੰ ਧੁਰੋਂ ਹੀ ਪਾ ਕੇ ਦਿੱਤਾ ਹੋਇਆ ਹੈ। ਤੁਮਰੇ ਸੰਬੰਧੀ ਸਮੁਦਾਏ, ਸਭ ਕੋ ਰਿਜ਼ਕ ਕਹਾਂ ਪਹੁੰਚਾਏ। ਗੁਰੂ ਰਾਮਦਾਸ ਕਹਿੰਦੇ ਨੇ ਤੁਸੀਂ ਸਾਡੇ ਕੋਲ ਹੀ ਬਹਿ ਜਾਓ ਭਾਈ, ਇਹਨੂੰ ਪਤਿਆ ਵੀ ਲਓ, ਸਾਡੇ ਕੋਲ ਹੀ ਰਹੋ ਤੁਸੀਂ। ਤੇ ਜਿਹੜੇ ਤੁਹਾਡੇ ਸੰਬੰਧੀ ਨੇ ਨਾ, ਉਹਨਾਂ ਨੂੰ ਰਿਜ਼ਕ ਪਰਮਾਤਮਾ ਆਪ ਹੀ ਦੇਈ ਜਾਏਗਾ। ਤੁਮਰੋ ਰਿਜ਼ਕ ਇਹਾਂ ਗੁਰ ਦੇਹ, ਜਨਮ ਸੁਧਾਰੋ ਪਰਖੋ ਇਹ। ਮਹਾਰਾਜ ਕਹਿੰਦੇ ਤੁਹਾਡਾ ਰਿਜ਼ਕ ਤੇ ਇੱਥੇ ਗੁਰੂ ਸਾਹਿਬ ਦੇ ਘਰ ਖਾਈ ਜਾਓਗੇ, ਤੇ ਇਹਨੂੰ ਪਰਖ ਕੇ ਵੇਖ ਲਓ, ਤੁਹਾਡੇ ਬੱਚਿਆਂ ਨੂੰ ਰਿਜ਼ਕ ਉੱਥੇ ਵੀ ਮਿਲੇਗਾ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨਾ ਇੱਕ ਵਾਰੀ ਇੱਕ ਸਿੱਖ ਚਲਾ ਗਿਆ। ਸਤ ਸੰਗਤ ਜਾਂਦੇ ਹੁੰਦੇ ਸੀ ਸੇਵਾ ਕਰਨ, ਉਹਨੂੰ ਗੁਰਬਾਣੀ ਆਉਂਦੀ ਸੀ। ਮਹਾਰਾਜ ਕਹਿੰਦੇ ਤੂੰ ਇੱਥੇ ਗੁਰਬਾਣੀ ਸਿਖਾ ਸਾਰਿਆਂ ਨੂੰ। ਕਹਿੰਦਾ ਮਹਾਰਾਜ ਮੈਂ ਤੇ ਗੁਰਬਾਣੀ ਸਿਖਾਵਾਂਗਾ ਤੇ ਪਿੱਛੇ ਬੱਚੇ ਭੁੱਖੇ ਮਰ ਜਾਣਗੇ। ਮਹਾਰਾਜ ਹੱਸ ਪਏ, ਕਹਿੰਦੇ ਬੱਚੇ ਤੇਰੇ ਪਾਲੇ ਪਲ ਰਹੇ ਨੇ? ਕਹਿੰਦਾ ਹਾਂਜੀ ਮਹਾਰਾਜ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਾਂ-ਬਾਪ ਨਹੀਂ ਉਹਨਾਂ ਦੇ ਬੱਚੇ ਕਿਵੇਂ ਪੜ੍ਹਦੇ ਨੇ? ਉਹ ਵੀ ਤਾਂ ਪੜ੍ਹਦੇ ਹੀ ਨੇ। ਕਹਿੰਦੇ ਨਹੀਂ ਮਹਾਰਾਜ ਮੇਰੇ ਤੋਂ ਬਿਨਾਂ ਤੇ ਬੱਚੇ ਭੁੱਖੇ ਮਰ ਜਾਣਗੇ। ਮਹਾਰਾਜ ਕਹਿੰਦੇ ਫਿਰ ਪਤਿਆਲ ਹੈ, ਤੂੰ ਰਹਿ 8-10 ਮਹੀਨੇ ਇੱਥੇ, ਫਿਰ ਵੇਖ ਲੈਂਦੇ ਆ। ਉਹ ਉੱਥੇ ਆਇਆ, ਪਰਮਾਤਮਾ ਨੇ ਕੈਸੀ ਕਿਰਪਾ ਕੀਤੀ। ਉਹਦਾ ਘਰ ਕੱਚਾ ਸੀ, ਲੋਕਾਂ ਨੂੰ ਵੀ ਅੱਗੇ ਮੀਂਹ ਪੈਣ ਵਾਲੇ ਨੇ, ਲੋਕਾਂ ਅੰਦਰ ਵਸ ਗਿਆ ਪਰਮਾਤਮਾ। ਕਹਿੰਦੇ ਇਹਦਾ ਘਰ ਪੱਕਾ ਕਰ ਦਿਓ ਇਕੱਠੇ ਪੈਸੇ ਕਰਕੇ। ਸਾਰੇ ਪਿੰਡ ਨੇ ਪੈਸੇ ਇਕੱਠੇ ਕੀਤੇ ਤੇ ਘਰ ਬਣਾਤਾ। ਕਹਿੰਦੇ ਉਹ ਤੇ ਗਿਆ, ਪਤਾ ਨਹੀਂ ਕਿੱਥੇ ਮੁੜਿਆ ਹੀ ਨਹੀਂ। ਸਾਰੇ ਆਟਾ ਦਾਣਾ ਇਕੱਠਾ ਕਰੋ, ਇਹਦੇ ਘਰ ਦਿਓ, ਇਹ ਗਰੀਬ ਰਹਿ ਜਾਏਗਾ, ਇਹਦੇ ਬੱਚੇ ਭੁੱਖੇ ਮਰਨਗੇ। ਉਹ ਵੀ ਦੇ ਦਿੱਤਾ। ਕਹਿੰਦੇ ਬੱਚੇ ਛੋਟੇ ਛੋਟੇ ਨੇ, ਦੁੱਧ ਦੀ ਵੀ ਲੋੜ ਹੈ, ਮੱਝ ਵੀ ਬੰਨ੍ਹੋ। ਸਾਰੇ ਪਿੰਡ ਨੇ ਇਕੱਠੇ ਹੋ ਗਏ, ਮੱਝ ਵੀ ਬੰਨ੍ਹ ਦਿੱਤੀ। ਉਹ ਹੁਣ ਆਨੰਦ ਲੈਂਦੇ ਨੇ, ਖਾਂਦੇ ਪੀਂਦੇ ਨੇ। ਉਹ ਉਧਰ ਚਿੰਤਾ 'ਚ ਤੁਰੀ ਫਿਰਦਾ ਵੀ ਪਤਾ ਨਹੀਂ ਬੱਚੇ ਦੇ ਭੁੱਖੇ ਮਰ ਗਏ ਹੋਣਗੇ। 8-9 ਮਹੀਨਿਆਂ ਬਾਅਦ ਮਹਾਰਾਜ ਕਹਿੰਦੇ ਜਾ ਬਈ ਹੁਣ ਆਪਣੇ ਘਰ ਜਾ। ਗੇੜਾ ਲਾਇਆ, ਆਇਆ ਦੂਰੋਂ ਵੇਖਦਾ ਵੀ ਪਿੰਡ ਵਾਲਿਆਂ ਦੇ ਘਰ ਵੀ ਤੋੜ ਦਿੱਤਾ ਹੈ।
ਦੂਰੋਂ ਛੋਟੇ ਬੱਚੇ ਨੇ ਵੇਖਿਆ, ਰੋਣ ਲੱਗ ਪਿਆ। ਕਹਿੰਦੇ ਮਾਂ, ਡੈਡੀ ਆ ਗਏ। ਕਹਿੰਦੇ ਬੇਟਾ ਰੋਣਾ ਕਿਉਂ ਹੈ? ਕਹਿੰਦੇ ਮਾਂ, ਪਹਿਲਾਂ ਇੱਥੇ ਰਹਿੰਦਾ ਸੀ, ਭੁੱਖੇ ਮਰਦੇ ਸੀ, ਹੁਣ ਇਹ ਗਿਆ ਸੀ ਤੇ ਵਾਹਵਾ ਵੇਖੋ ਰੱਜ ਕੇ ਰੋਟੀ ਖਾਂਦੇ। ਵੇਖੋ ਆਪ ਸੋਚਦਾ ਵੀ ਮੇਰੇ ਬਿਨਾਂ ਭੁੱਖੇ ਮਰ ਜਾਣਗੇ। ਮਹਾਰਾਜ ਕਹਿੰਦੇ ਤੇਰੇ ਬਿਨਾਂ ਭੁੱਖੇ ਨਹੀਂ ਮਰਨੇ, ਤੇਰੇ ਤੋਂ ਬਿਨਾਂ ਤੇ ਰੱਜ ਕੇ ਰੋਟੀ ਖਾਂਦੇ ਨੇ ਉਹ। ਹੁਣ ਤੂੰ ਜਾਏਗਾ ਫਿਰ ਉਹਨਾਂ ਨੂੰ ਗਰੀਬੀ ਦਾ ਜਪ ਪਾਏਗਾ। ਇਸ ਕਰਕੇ ਸਾਧ ਸੰਗਤ ਮਨੁੱਖ ਨੂੰ ਨਹੀਂ ਪਤਾ, ਮਨੁੱਖ ਨੂੰ ਨਹੀਂ ਪਤਾ ਇਹਦੇ ਜਾਣ ਤੋਂ ਪਿੱਛੋਂ ਕੀ ਕੀ ਹੋਣਾ ਹੈ। ਇਹ ਤੇ ਬਸ ਆਪਣਾ ਇੱਥੇ ਦਾਅਵਾ ਧਰੀ ਬੈਠਾ ਵੀ ਮੇਰੇ ਬਿਨਾਂ ਦੁਨੀਆ ਚੱਲਣੀ ਨਹੀਂ, ਮੈਂ ਨਹੀਂ ਹੋਵਾਂਗਾ ਕਿਤੇ ਪਤਾ ਨਹੀਂ ਸ਼ਹਿਰ ਭੁੱਖਾ ਹੀ ਮਰ ਜਾਣਾ। ਐਸਾ ਨਹੀਂ ਹੁੰਦਾ ਸਾਧ ਸੰਗਤ। ਬੜੇ ਵੱਡੇ ਵੱਡੇ ਰਾਜੇ ਸਿਕੰਦਰ ਵਰਗੇ ਤਬਾਹ ਹੋ ਗਏ, ਕੋਈ ਨਹੀਂ ਨਾਂ ਲੈਂਦਾ। ਕਰੋੜਾਂ ਸਾਲ ਹੋ ਗਏ ਨੇ, ਵੱਡੇ ਵੱਡੇ ਜਗੀਰਾਂ ਦੇ ਮਾਲਕ ਨਹੀਂ ਰਹੇ। ਇਹ ਦੁਨੀਆ ਨਹੀਂ ਚੱਲਦੀ, ਇਹ ਐਵੇਂ ਹੀ ਚੱਲਣੀ ਹੈ ਸਾਧ ਸੰਗਤ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਸਾਡੇ ਕੋਲ ਰਹੋ, ਤੁਹਾਡੇ ਸੰਬੰਧੀਆਂ ਨੂੰ ਰੋਟੀ ਪਰਮਾਤਮਾ ਪਹੁੰਚਾਏਗਾ, ਸਾਡੇ ਕੋਲ ਰਹਿ ਕੇ ਇਹ ਵੀ ਪਰਖਣਾ ਕਰ ਲਵੋ। ਸੁਣ ਤੀਨੋਂ ਨਿਜ ਪੁੱਤਰ ਬੁਲਾਏ, ਕਹਿਓ ਤਰੁਣਤਾ ਤੁਮ ਅਬ ਪਾਏ। ਉਹਨਾਂ ਤਿੰਨਾਂ ਨੇ ਆਪਣੇ ਬੱਚੇ ਬੁਲਾ ਲਏ ਮਹਾਰਾਜ ਦੇ ਕੋਲ। ਕਹਿੰਦੇ ਭਾਈ ਹੁਣ ਤੁਸੀਂ ਵੱਡੇ ਹੋ ਗਏ ਹੋ, ਹੁਣ ਤੁਸੀਂ ਕਮਾਉਣ ਖਵਾਉਣ ਦੇ ਲਾਇਕ ਹੋ ਚੁੱਕੇ ਹੋ। ਭਏ ਕੀਰਤ ਲਾਇਕ ਨਿਰਧਾਰ ਹੋ, ਅਬ ਘਰ ਕੋ ਸਭ ਕਾਰ ਸੰਭਾਰ ਹੋ। ਹੁਣ ਤੁਸੀਂ ਘਰ ਦਾ ਸਾਰਾ ਕੰਮ ਕਰੋ, ਘਰ ਦਾ ਸਾਰਾ ਕਾਰਜ ਸੰਭਾਲੋ। ਹੁਣ ਘਰ ਜਾ ਕੇ ਸਾਰੇ ਕੰਮ ਤੁਸੀਂ ਕਰਨੇ ਹਨ, ਅਸੀਂ ਹੁਣ ਘਰ ਨਹੀਂ ਜਾਵਾਂਗੇ। ਉਦਮ ਕਰੋ ਲਾਭ ਹੋਏ ਜੇਤਾ, ਗੁਰ ਕੋ 10 ਮੰਦ ਕਾਟੋ ਤੇਤਾ। ਉਦਮ ਕਰੋ, ਜਿਹੜਾ ਵੀ ਉਦਮ ਕਰਦਿਆਂ ਲਾਭ ਹੋਏ ਉਹਦੇ ਵਿੱਚੋਂ ਜਿਹੜਾ 10ਵਾਂ ਹਿੱਸਾ ਹੈ ਉਹ ਤੁਸੀਂ ਮਨੁੱਖਤਾ ਦੀ ਭਲਾਈ ਦੇ ਲਈ ਕੱਢ ਦੇਣਾ ਹੈ। ਆਵਹਿ ਸਿੱਖ ਕਰੋ ਤੇ ਸੇਵਾ, ਅਬ ਹਮ ਅਬ ਰਹੇ ਦਵਾਰ ਗੁਰਦੇਵਾ। ਜਿਹੜਾ ਵੀ ਸਿੱਖ ਹੁਣ ਘਰ ਵਿੱਚ ਆਏ ਕੋਈ ਬੰਦਗੀ ਵਾਲਾ, ਤੁਸੀਂ ਉਹਦੀ ਸੇਵਾ ਕਰਨੀ ਹੈ। ਅਸੀਂ ਤੇ ਹੁਣ ਗੁਰੂ ਰਾਮਦਾਸ ਜੀ ਦੇ ਕੋਲ ਹੀ ਰਵਾਂਗੇ। ਪਾਨੀ ਪੱਖਾ ਸੇਵ ਕਮਾਵਹਿ, ਸਤ ਸੰਗਤ ਕਰ ਸੇਵ ਰਿਝਾਵਹਿ। ਹੁਣ ਅਸੀਂ ਇੱਥੇ ਹੀ ਪਾਣੀ ਪਿਆਵਾਂਗੇ, ਸੰਗਤ ਨੂੰ ਪੱਖਾ ਝੱਲਾਂਗੇ, ਸੇਵਾ ਕਰਾਂਗੇ ਤੇ ਸਤ ਸੰਗਤ ਵਿੱਚ ਰਹਿ ਕੇ ਆਪਣੇ ਮਨ ਨੂੰ ਸੰਤੁਸ਼ਟ ਕਰਾਂਗੇ। ਕਥਾ ਕੀਰਤਨ ਸੁਨਹਿ ਆਨੰਦੇ, ਹੋਏ ਪ੍ਰਾਪਤ ਕਲਿਆਣ ਬਿਲੰਦੇ। ਹੁਣ ਅਸੀਂ ਗੁਰੂ ਘਰ ਹੀ ਰਹਿ ਕੇ ਕਥਾ ਕੀਰਤਨ ਸੁਣਿਆ ਕਰਾਂਗੇ। ਸੁਣਨ ਦੇ ਨਾਲ ਸਾਨੂੰ ਸਾਧ ਸੰਗਤ ਕਲਿਆਣ ਪ੍ਰਾਪਤ ਹੋਏਗਾ। ਅੱਜ ਤੇ ਸਾਡੀ ਕਿਸਮਤ ਚੰਗੀ ਹੈ, ਪਹਿਲਾਂ ਹਰ ਥਾਂ ਨਹੀਂ ਸੀ ਕਥਾ ਕੀਰਤਨ ਹੁੰਦੇ, ਸਤ ਸੰਗਤ ਹਰ ਥਾਂ ਨਹੀਂ ਸੀ ਹੁੰਦੀ। ਐਡੇ ਵੱਡੇ ਵੱਡੇ ਗੁਰਦੁਆਰਾ ਸਾਹਿਬ ਤਾਂ ਹੀ ਬਣਾਏ ਨੇ ਵੀ ਕਥਾ ਕੀਰਤਨ ਹੋਏ, ਸੰਗਤ ਆ ਕੇ ਬੈਠੇ। ਇਹਦੇ ਨਾਲ ਕਲਿਆਣਤਾ ਹੁੰਦੀ ਹੈ, ਸੱਚ ਵਿੱਚ ਜੁੜਿਆ ਮਨੁੱਖ ਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਇਮ ਤੁਮਰੀ ਭੀ ਹੋਏ ਕਲਿਆਣ, ਇਮ ਸਿੱਖਿਆ ਦੇ ਕੁਟੰਬ ਮਹਾਨ। ਐਵੇਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਦਿੱਤੀ, ਆਪ ਗੁਰੂ ਘਰ ਰਹਿ ਕੇ ਹੀ ਸੇਵਾ ਕਰਨ ਲੱਗ ਪਏ ਹਨ। ਕਰਨ ਲੱਗੇ ਗੁਰ ਸੇਵਕ ਨੇਰੀ, ਪ੍ਰਾਪਤ ਮੁਕਤ ਅੰਤ ਕੀ ਬੇਰੀ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਬਚਨ ਮੰਨਿਆ ਵੀ ਭਾਈ ਤੁਹਾਡੇ ਚਲਾਇਆ ਪਰਿਵਾਰ ਨਹੀਂ ਚੱਲਣੇ, ਤੁਸੀਂ ਭਾਵੇਂ ਹਜ਼ਾਰਾਂ ਸਾਲ ਬੈਠੇ, ਪਰਿਵਾਰ ਆਪਣੇ ਆਪ ਹੀ ਚੱਲਣੇ ਨੇ। ਉਹ ਉੱਥੇ ਹੀ ਰਹਿ ਕੇ ਗੁਰੂ ਜੀ ਦੇ ਦਰ ਤੇ ਸੇਵਾ ਕਰਦੇ ਨੇ। ਅੰਤ ਨੂੰ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ। ਸਤਿਗੁਰ ਕੇ ਤਨ ਵਿਖੈ ਸਮਾਏ, ਜਨਮ ਮਰਨ ਕੇ ਬੰਧ ਮਿਟਾਏ। ਸਤਿਗੁਰੂ ਜੀ ਦੇ ਵਿੱਚ ਹੀ ਸਮਾ ਗਏ, ਸਤਿਗੁਰੂ ਜੀ ਦੇ ਨਿੱਜੀ ਸਰੂਪ ਦੇ ਵਿੱਚ ਹੀ ਆਪਣੀ ਆਤਮਾ ਦੇ ਨਾਲ ਗੁਰੂ ਜੀ ਦੀ ਆਤਮਾ ਦੇ ਵਿੱਚ ਸਮਾ ਗਏ ਹਨ। ਉਸ ਪਾਵਨ ਪ੍ਰਕਾਸ਼ ਦੇ ਵਿੱਚ ਹੀ ਸਮਾ ਗਏ, ਉਸ ਪਾਵਨ ਜੋਤ ਦੇ ਵਿੱਚ ਹੀ ਸਮਾ ਗਏ ਜੈਸੀ ਗੁਰੂ ਦੀ ਜੋਤ ਹੈ। ਇੱਥੋਂ ਤਾਈਂ ਦੀ ਕਥਾ ਆਪਾਂ ਅੱਜ ਸ਼ਰਵਣ ਕਰਾਂਗੇ। ਕੱਲ ਨੂੰ ਫਿਰ ਸਿੱਖ ਮਹਾਰਾਜ ਜੀ ਦੇ ਕੋਲ ਉਪਦੇਸ਼ ਲੈਣ ਆਉਣਗੇ। ਉਹਨਾਂ ਨੂੰ ਗੁਰੂ ਸਾਹਿਬ ਕੀ ਕੀ ਉਪਦੇਸ਼ ਦਿੰਦੇ ਨੇ, ਕਿਹੜੇ ਕਿਹੜੇ ਉਪਦੇਸ਼, ਕਿਉਂਕਿ ਇਹ ਪਾਵਨ ਉਪਦੇਸ਼ ਨੇ ਜਿਹੜੇ ਗੁਰੂ ਰਾਮਦਾਸ ਜੀ ਨੇ ਦਿੱਤੇ ਨੇ। ਕਿੰਨੇ ਸਾਲ ਪਹਿਲਾਂ ਦਿੱਤੇ, ਸਾਡੀ ਕਿਸਮਤ ਚੰਗੀ ਹੈ ਇਹਨਾਂ ਉਪਦੇਸ਼ਾਂ ਨੂੰ ਅਸੀਂ ਸ਼ਰਵਣ ਕਰ ਰਹੇ ਹਾਂ ਔਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ। ਕਿਉਂਕਿ ਸਾਧ ਸੰਗਤ ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਸੱਚ ਉਹੀ ਹੈ ਜਿਹੜਾ ਸਦੀਵੀ ਰਹੇ, ਜਿਹਦੇ ਵਿੱਚ ਬਦਲਾਅ ਨਾ ਆਏ। ਸੱਚਾਈ ਦੇ ਬੋਲ ਨੇ, ਗੁਰਬਾਣੀ ਸੱਚ ਦੇ ਬੋਲ ਨੇ। ਇਹ ਸੱਚ ਕਦੇ ਪੁਰਾਣਾ ਨਹੀਂ ਹੋਏਗਾ। ਦੁਨੀਆ ਖਤਮ ਹੋ ਸਕਦੀ ਹੈ, ਸੱਚ ਪੁਰਾਣਾ ਨਹੀਂ ਹੁੰਦਾ। ਇਸ ਮਹਾਰਾਜ ਕੇ ਸੱਚ ਪੁਰਾਣਾ ਹੋਵੇ ਨਹੀਂ, ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਗੁਰੂ ਜੀ ਕਿਰਪਾ ਕਰਨ, ਜਿੰਨੇ ਸਤ ਸੰਗੀ ਆਪ ਚੱਲ ਕੇ ਆਉਂਦੇ ਹੋ ਸਾਰਿਆਂ ਨੂੰ ਗੁਰੂ ਜੀ ਕਿਰਪਾ ਕਰਨ, ਉਦਮ ਉਪਰਾਲੇ ਬਖਸ਼ਣ। ਇਸੇ ਤਰੀਕੇ ਨਾਲ ਆਪ ਚੱਲ ਕੇ ਆਓ,
ਔਰ ਆਪਣੇ ਜੀਵਨ ਦੀਆਂ ਜਿਹੜੀਆਂ ਪਾਵਨ ਘੜੀਆਂ ਪ੍ਰਮਾਤਮਾ ਨੇ ਦਿੱਤੀਆਂ ਨੇ ਇਹਨਾਂ ਨੂੰ ਸਫਲ ਕਰ ਸਕੋ। ਇੰਨੀਆਂ ਬੇਨਤੀਆਂ ਪ੍ਰਵਾਨ। ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।